ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ। ਦੇਸ਼ ਵਿਦੇਸ਼ ਵਿੱਚ ਬੈਠੇ ਰੇਡੀਓ ਪੰਜਾਬ ਟੂਡੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜਸਬੀਰ ਸਿੰਘ ਪੱਟੀ ਹੋਣਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਢਿੱਲੋਂ ਹੋਣਾ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਆ, ਅਕਤੂਬਰ ਮਹੀਨੇ ਦੀ 6 ਤਰੀਕ ਹੈ ਜੀ। 6:30 ਸ਼ਾਮ ਦੇ ਹੋ ਚੁੱਕੇ ਨੇ ਅਤੇ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਜ਼ਰੀਏ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ 'ਚ ਇੱਕ ਵਾਰ ਫਿਰ ਸਾਰੇ ਹੀ ਦੇਸ਼ ਵਿਦੇਸ਼ ਦੇ ਸਰੋਤਿਆਂ ਦਾ ਸਵਾਗਤ ਹੈ ਜੀ। ਅਤੇ ਅਸੀਂ ਇਸ ਤੋਂ ਪਹਿਲਾਂ ਕਿ ਅੱਜ ਦੀਆਂ ਚਰਚਿਤ ਖਬਰਾਂ ਦੇ ਉੱਪਰ ਜਸਬੀਰ ਸਿੰਘ ਪੱਟੀ ਹੋਣਾ ਨੂੰ ਲਈਏ, ਤਾਂ ਕੁਝ ਖਬਰਾਂ ਜਿਹੜੀਆਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਨੇ, ਜਿਹੜੀਆਂ ਕਿ ਸਾਡੇ ਪੰਜਾਬ ਹੀ ਨਹੀਂ ਪੂਰੇ ਭਾਰਤ ਨੂੰ ਜਿਹੜਾ ਹੈ ਪ੍ਰਭਾਵਿਤ ਕਰਦੀਆਂ ਨੇ। ਉਹਨਾਂ 'ਚੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਮੁੜ ਵੱਧ ਗਈਆਂ ਨੇ ਜੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ, 30 ਪੈਸੇ ਪ੍ਰਤੀ ਲੀਟਰ ਡੀਜ਼ਲ ਜਿਹੜਾ ਹੈ ਉਹ ਮਹਿੰਗਾ ਹੋ ਗਿਆ ਅਤੇ 25 ਪੈਸੇ ਪ੍ਰਤੀ ਲੀਟਰ ਹੈ ਜਿਹੜਾ ਉਹ ਪੈਟਰੋਲ ਵੀ ਭਾਰਤ ਦੇ ਵਿੱਚ ਮਹਿੰਗਾ ਹੋ ਗਿਆ ਜੀ। ਤਾਂ 100 ਵਾਲਾ ਅੰਕੜਾ ਜਿਹੜਾ ਹੁਣ 102.64 ਤੱਕ ਪਹੁੰਚ ਗਿਆ ਜੀ। ਇਹ ਮੁੰਬਈ ਦਾ ਪੈਟਰੋਲ ਜਿਹੜਾ ਹੈਗਾ, ਅਤੇ ਡੀਜ਼ਲ ਵੀ 108 ਰੁਪਈਏ ਅਤੇ 67 ਪੈਸੇ ਜਿਹੜਾ ਹੈਗਾ ਉਹ ਹੋ ਗਿਆ ਜੀ। ਦਿੱਲੀ 'ਚ ਹੀ ਜਿਹੜਾ ਹੈ 91 ਰੁਪਈਏ ਡੀਜ਼ਲ ਦਾ ਭਾਅ, 91 ਰੁਪਈਏ 7 ਪੈਸੇ। ਅਤੇ ਇਸੇ ਤਰ੍ਹਾਂ ਮੁੰਬਈ ਦੇ ਵਿੱਚ 98 ਰੁਪਈਏ 80 ਪੈਸੇ ਦੇ ਰਿਕਾਰਡ ਵਾਧੇ ਦੇ ਜਿਹੜੇ ਆ ਉਹ ਪਹੁੰਚਦੇ ਆ। ਸਥਾਨਕ ਟੈਕਸਾਂ ਦੇ ਆਧਾਰ 'ਤੇ ਕੀਮਤਾਂ ਵੱਖ-ਵੱਖ ਸੂਬਿਆਂ ਤੋਂ ਵੱਖ ਵੱਖਰੀਆਂ ਜਿਹੜੀਆਂ ਹੁੰਦੀਆਂ ਨੇ। ਇਹ ਦੋਸਤੋ, ਇਹ ਜਿਹੜੀਆਂ ਖਬਰਾਂ ਨੇ ਇਹ ਚਰਚਾ ਦਾ ਵਿਸ਼ਾ ਬਣਦੀਆਂ ਨੇ, ਕਿਉਂਕਿ ਪੈਟਰੋਲ ਅਤੇ ਡੀਜ਼ਲ, ਜ਼ਿਆਦਾਤਰ ਡੀਜ਼ਲ ਜਿਹੜਾ ਢੋਆ ਢਵਾਈ ਦੇ ਸਮਾਨ ਦੇ ਉੱਤੇ ਹਰ ਇੱਕ ਕੀਮਤ ਜੁੜੀ ਹੁੰਦੀ ਹੈ, ਜਿਸ ਕਰਕੇ ਜਦੋਂ ਵੀ ਕੀਮਤਾਂ ਵੱਧਦੀਆਂ ਨੇ ਤਾਂ ਕਿਸੇ ਵੀ ਪ੍ਰਕਾਰ ਦੀ ਢੋਆ ਢਵਾਈ ਹੈ ਜਿਹੜੀ ਉਹਦੇ ਕਿਰਾਏ 'ਚ ਵਾਧਾ ਹੋ ਜਾਂਦਾ। ਜਿਹੜੀ ਚੀਜ਼ ਇਸ ਢੋਆ ਢਵਾਈ ਨਾਲ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਂਦੀ ਹੈ, ਆਪਾਂ ਸਾਰਿਆਂ ਨੂੰ ਪਤਾ ਕਿ ਉਹ ਵੀ ਉਹਨਾਂ ਦੀ ਕੀਮਤ ਵੱਧ ਜਾਂਦੀ ਹੈ ਅਤੇ ਮਹਿੰਗਾਈ ਇਸੇ ਤਰ੍ਹਾਂ ਵੱਧਦੀ ਰਹਿੰਦੀ ਹੈ। ਅਤੇ ਅਸੀਂ ਵੇਖਦੇ ਹਾਂ ਕਿ ਭਾਰਤ ਦਾ ਜਿਹੜਾ ਗੁਆਂਢੀ ਮੁਲਕਾਂ ਦੇ ਵਿੱਚੋਂ ਇੱਕ ਇਹੋ ਜਿਹਾ ਰੁਤਬਾ ਬਣਿਆ ਹੋਇਆ ਕਿ ਸਭ ਤੋਂ ਮਹਿੰਗਾ ਪੈਟਰੋਲ ਡੀਜ਼ਲ ਹੈ ਜਿਹੜਾ ਉਹ ਭਾਰਤ ਦੇ ਵਿੱਚ ਹੀ ਹੈ। ਉਮੀਦ ਕਰ ਰਹੇ ਹਾਂ ਕਿ 2030 ਤੱਕ ਜੋ ਇੱਕ ਉਮੀਦ ਦੀ ਕਿਰਨ ਬਣਦੀ ਹੈ ਕਿ ਜਿਹੜੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੈਟਰੀ 'ਤੇ ਚੱਲਣ ਵਾਲੀਆਂ ਕਾਰਾਂ ਜਿਹੜੀਆਂ ਉਹ ਜ਼ਿਆਦਾ ਹੋ ਜਾਣਗੀਆਂ ਅਤੇ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਕਾਰਬਨ ਦੀ ਵਰਤੋਂ ਜੇਕਰ ਘਟੂਗੀ ਤਾਂ ਵਾਤਾਵਰਨ ਜਿਹੜਾ ਹੈਗਾ ਉਹ ਬੜਾ ਸੁਖਾਲਾ ਹਰਾ ਭਰਾ ਫਿਰ ਹੋ ਸਕਦਾ। ਅਤੇ ਦੁਨੀਆ ਭਰ ਦੇ ਦੇਸ਼ ਜਿਹੜੇ ਆ ਕੌਮਾਂਤਰੀ ਪੱਧਰ 'ਤੇ ਆਪਣੀ ਆਪਣੀ ਕੋਸ਼ਿਸ਼ ਜਿਹੜੇ ਆ ਉਹ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਇਹ ਪੂਰੇ ਦਾ ਪੂਰਾ ਬ੍ਰਹਮੰਡ ਆ ਉਹ ਫਿਰ ਹਰਾ ਭਰਾ ਹੋ ਜਾਏ ਅਤੇ ਪ੍ਰਦੂਸ਼ਣ ਜਿਹੜਾ ਹੈਗਾ ਉਹ ਘਟੇ, ਖਾਸ ਤੌਰ 'ਤੇ ਕਾਰਬਨ ਪ੍ਰਦੂਸ਼ਣ ਜਿਹੜਾ ਹੈਗਾ ਉਹ ਘਟੇ। ਤਾਂ ਸਾਨੂੰ ਵੀ ਇਹੋ ਉਮੀਦ ਲੱਗਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਕਾਰਬਨ ਦਾ ਪ੍ਰਦੂਸ਼ਣ ਬਿਲਕੁਲ ਘਟੇਗਾ ਜੀ। ਅਤੇ ਅਸੀਂ ਇਹੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਾਰਬਨ ਦੀ ਵਰਤੋਂ ਆ ਉਹ ਬਿਲਕੁਲ ਘਟਣੀ ਚਾਹੀਦੀ ਹੈ ਜੀ। ਇੱਕ ਹੋਰ ਖਬਰ ਜਿਹੜੀ ਹੈਗੀ ਹੈ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਕਾਬੁਲ ਦੇ ਗੁਰਦੁਆਰੇ 'ਚ ਜਿਹੜਾ ਹੈਗਾ ਹਥਿਆਰਬੰਦ ਵਿਅਕਤੀ ਵੜ ਜਾਂਦੇ ਆ ਅਤੇ ਉਸ ਦੀ ਭੰਨ ਤੋੜ ਕਰਦੇ ਆ। ਇਸ ਗੱਲ ਦਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਤਾਲੀਬਾਨ ਸਰਕਾਰ ਦੇ ਅਧਿਕਾਰੀਆਂ ਕੋਲ ਰੋਸ ਵੀ ਦਰਜ ਕਰਾਇਆ। ਸਿੱਖ ਅਤੇ ਹਿੰਦੂ ਭਾਈਚਾਰੇ ਵਿੱਚ ਬੜਾ ਡਰ ਦਾ ਮਾਹੌਲ ਆ ਜਿਹੜਾ ਉੱਥੇ ਬਣਿਆ ਹੋਇਆ
ਤੇ ਇਹ ਆਉਣ ਵਾਲੇ ਸਮੇਂ ਲਈ ਵੀ ਖਤਰਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਤਾਲੀਬਾਨ ਦਾ ਇਹਨਾਂ ਫਿਰਕਿਆਂ ਦੇ ਉੱਤੇ, ਭਾਵੇਂ ਉਹ ਹਿੰਦੂ ਸਿੱਖ ਨੇ ਤੇ ਭਾਵੇਂ ਕੋਈ ਹੋਰ ਗੈਰ ਮੁਸਲਮਾਨ ਫਿਰਕਾ ਜਿਹੜਾ ਉੱਥੇ ਰਹਿ ਰਿਹਾ, ਤਾਂ ਉਹ ਜਿਹੜਾ ਹੈ ਉਹ ਬੜੀ ਖੌਫ ਦੀ ਜ਼ਿੰਦਗੀ ਜਿਹੜੀ ਹੈ ਉਹ ਉੱਥੇ ਵਰਤ ਰਿਹਾ। ਇਸੇ ਤਰ੍ਹਾਂ ਜਲਵਾਯੂ ਤਬਦੀਲੀ ਬਾਰੇ ਖੋਜ ਲਈ 3 ਵਿਗਿਆਨੀਆਂ ਨੂੰ ਭੌਤਿਕੀ ਦਾ ਨੋਬੇਲ ਪੁਰਸਕਾਰ ਜਿਹੜਾ ਹੈਗਾ ਉਹ ਸਵੀਡਨ ਦੇ ਵਿੱਚ ਦਿੱਤਾ ਗਿਆ ਜੀ। ਨੋਬਲ ਪੁਰਸਕਾਰ ਲਈ ਜਾਪਾਨ, ਜਰਮਨੀ ਅਤੇ ਇਟਲੀ 3 ਵਿਗਿਆਨੀਆਂ ਨੂੰ ਜਿਹੜਾ ਉਹ ਚੁਣਿਆ ਗਿਆ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਸਮਾਜ ਨੂੰ ਇਹ ਬਹੁਤ ਵੱਡੀ ਦੇਣ ਹੁੰਦੀ ਹੈ ਅਤੇ ਆਪਣੀ ਇਸੇ ਦੇਣ ਲਈ ਜਿਹੜਾ ਹੈ ਲੋਕ ਯਾਦ ਕਰਦੇ ਆ। ਅਤੇ ਉਹਨਾਂ ਵਿੱਚ ਚਰਚਿਤ ਨਾਮ ਰਹੇ ਆ ਸਿਓਕੂਰੋ ਮਨਾਥ ਜੀ, 90 ਸਾਲ ਦੇ ਨੇ। ਇਸੇ ਤਰ੍ਹਾਂ ਕਲਾਸ ਹੈਸਲਮੈਨ ਜੀ, ਇਹਨਾਂ ਨੂੰ ਧਰਤੀ ਦੇ ਪੌਣ ਪਾਣੀ ਦੀ ਭੌਤਿਕੀ, ਮਾਡਲਿੰਗ, ਆਲਮੀ ਤਪਸ਼ ਦੀ ਪੋਏਸ਼ਨਗੋਈ ਦੀ ਪਰਿਵਰਤਨਸ਼ੀਲਤਾ ਅਤੇ ਪ੍ਰਮਾਣਿਕਤਾ ਮਾਪਣ ਖੇਤਰ ਵਿੱਚ ਕੀਤੇ ਕਾਰਜਾਂ ਲਈ ਚੁਣਿਆ ਗਿਆ ਜੀ। ਇਸੇ ਤਰ੍ਹਾਂ ਜਾਰਜੀਓ ਪਾਰਸੀ, ਇਹਨਾਂ ਨੂੰ ਵੀ ਜਿਹੜਾ ਹੈ ਉਹ ਪੁਰਸਕਾਰ ਮਿਲਦਾ ਜੀ, 73 ਸਾਲ ਦੇ ਨੇ। ਪਰਮਾਣੂ ਤੋਂ ਲੈ ਕੇ ਗ੍ਰਹਿਆਂ ਦੇ ਪੈਮਾਨਿਆਂ ਤੱਕ ਜੋ ਵੀ ਜਾਂਚ ਹੁੰਦੀ ਹੈ ਉਹਨਾਂ ਲਈ ਵਿਸ਼ੇਸ਼ ਤੌਰ 'ਤੇ ਇਹ ਜਿਹੜੇ ਆ ਆਪਣੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਆ। ਅਤੇ ਜਦੋਂ ਵਿਗਿਆਨੀ ਇੱਕ ਨੋਬਲ ਪੁਰਸਕਾਰ ਜਿੱਤਦਾ ਤਾਂ ਉਹ ਪੂਰੇ ਬ੍ਰਹਿਮੰਡ ਲਈ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਅਤੇ ਅਸੀਂ ਗੁਜਰਾਤ ਦੰਗੇ ਦੀ ਵੀ ਜਾਂਦੇ ਜਾਂਦੇ ਖਬਰ ਇੱਕ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪ੍ਰੋਗਰਾਮ ਸਮਾਧਾਨ 'ਚ। ਮੋਦੀ ਨੂੰ ਕਲੀਨ ਚਿੱਟ ਖਿਲਾਫ ਜ਼ਕੀਆ ਦੀ ਪਟੀਸ਼ਨ 'ਤੇ ਸੁਣਵਾਈ ਜਿਹੜੀ ਆ ਉਹ 26 ਤਰੀਕ ਨੂੰ ਹੋਊਗੀ ਅਤੇ ਵੇਖਦੇ ਹਾਂ ਤਾਂ ਕੀ ਜਿਹੜਾ ਹੈਗਾ ਉਹ ਅੱਗੇ ਨੂੰ ਕਿੱਧਰ ਨੂੰ ਜਾਊਗੀ ਜੀ ਇਹ ਗੱਲਬਾਤ। ਅਤੇ ਲਓ ਫਿਰ ਸਾਡੇ ਨਾਲ ਹੁਣ ਅੱਜ ਦੀਆਂ ਖਬਰਾਂ 'ਤੇ ਟਿੱਕਾ ਟਿੱਪਣੀ ਲਈ ਜਸਬੀਰ ਸਿੰਘ ਜੀ ਪੱਟੀ, ਸੀਨੀਅਰ ਜਰਨਲਿਸਟ ਸਾਡੇ ਨਾਲ ਨੇ। ਪੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਸਮਾਧਾਨ ਦੇ ਵਿੱਚ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪੱਟੀ ਸਾਹਿਬ, ਅੱਜ ਸਵੇਰ ਤੋਂ ਹੀ ਜਿਹੜਾ ਹੈਗਾ ਅਜੇ ਮਿਸ਼ਰਾ ਦੇ ਆਲੇ ਦੁਆਲੇ ਖਬਰਾਂ ਘੁੰਮਦੀਆਂ ਰਹੀਆਂ ਨੇ ਅਤੇ ਪਤਾ ਲੱਗਿਆ ਕਿ ਅਜੇ ਮਿਸ਼ਰਾ ਵੀ ਹਿਸਟਰੀ ਸ਼ੀਟਰ ਨਿਕਲੇ, ਹਾਲੇ ਵੀ ਕਤਲ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ 'ਤੇ ਬਾਹਰ ਨੇ। ਕਿੱਧਰ ਨੂੰ ਜਾ ਰਹੀ ਹੈ ਜੀ ਗੱਲਬਾਤ? ਜਿਹੜੇ ਅਜੇ ਮਿਸ਼ਰਾ ਨੇ ਜੀ ਬੇਸਿਕਲੀ ਇਹ ਲਾਇਰ ਨੇ ਜੀ, ਔਰ 1990 ਦੇ ਵਿੱਚ ਇਹਨਾਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਸੀ। ਉਹਨਾਂ ਤੇ ਇਹਨਾਂ ਦੇ 452 ਤੇ ਹੋਰ ਕੁੱਟਮਾਰ ਕਰਨ ਦਾ ਧਾਰਾ ਦਾ ਇੱਕ ਪਰਚਾ ਦਰਜ ਹੋਇਆ ਸੀ 8 ਬੰਦਿਆਂ ਦੇ ਜੀ। ਪਹਿਲੀ ਇਹਨਾਂ ਉਦੋਂ ਜਿਹੜੀ ਸੀ ਬਕਾਇਦਾ ਤੌਰ ਤੇ ਜਿਹੜਾ ਸੀ ਕੰਮ ਕੀਤਾ। ਉਸ ਤੋਂ ਬਾਅਦ 8 ਜੁਲਾਈ 2000 ਨੂੰ ਇਹਨਾਂ ਨੇ ਪ੍ਰਭਾਤ ਗੁਪਤਾ ਨਾਂ ਦੇ ਇੱਕ ਬੰਦੇ ਨੂੰ ਜਿਹੜਾ ਸੀ ਕਤਲ ਕਰ ਦਿੱਤਾ। ਉਹਦੇ ਚ ਵੀ 8 ਬੰਦੇ ਨਾਮਜ਼ਦ ਹੋਏ ਸੀ ਤੇ ਇਹ ਮੁੜ ਕੇ ਜਿਹੜੇ ਸੀ ਬਾਅਦ ਦੇ ਵਿੱਚ ਇਹਨਾਂ ਨੂੰ ਕਰੀਬ 2004 ਦੇ ਵਿੱਚ 31 ਅਗਸਤ ਸ਼ਾਇਦ 2004 ਜਾਂ ਇੱਥੇ ਕਹੀਏ 2004 ਦੇ ਵਿੱਚ ਇਹਨਾਂ ਨੂੰ ਫਿਰ ਬਰੀ ਕਰਤਾ ਸੀ ਅਦਾਲਤ ਨੇ। ਜਦੋਂ ਬਰੀ ਕੀਤਾ ਇਹਨਾਂ ਨੂੰ, ਸੌਰੀ 29 ਜੂਨ 2004 ਨੂੰ ਬਰੀ ਕੀਤਾ ਸੀਗਾ ਜੀ। ਤੇ 29 ਜੂਨ ਨੂੰ ਜਦੋਂ ਜੱਜ ਨੇ ਬਰੀ ਕੀਤਾ ਤੇ 30 ਨੂੰ ਉਹ ਜੱਜ ਨੇ ਰਿਟਾਇਰ ਹੋ ਜਾਣਾ ਸੀ। ਇਹ ਵੀ ਸ਼ੰਕੇ 'ਚ ਗੱਲ ਹੁੰਦੀ ਹੈ। ਉਹ ਪਰਿਵਾਰ ਵਾਲੇ ਫਿਰ ਹਾਈ ਕੋਰਟ ਗਏ। ਹਾਈ ਕੋਰਟ ਨੇ ਫਿਰ ਇਸ ਕੇਸ ਦੇ ਵਿੱਚ ਜਦੋਂ ਕੇਸ ਚੱਲਿਆ ਤੇ ਫਿਰ ਇਹਨਾਂ ਨੂੰ ਬੇਲ ਲੈਣੀ ਪਈ ਸੀ ਜੀ। ਅਜੇ ਵੀ ਉਹ ਕੇਸ ਉੱਥੇ ਵਿਚਾਰ ਅਧੀਨ ਆ 2004 ਤੋਂ ਲੈ ਕੇ ਅੱਜ ਤੱਕ। 2009 ਦੇ ਵਿੱਚ ਸਿਆਸਤ ਚਾਹੁੰਦੇ ਨੇ, ਜ਼ਿਲ੍ਹਾ ਪਰਿਸ਼ਦ ਦੀ ਚੋਣ ਤੋਂ ਸ਼ੁਰੂ ਕਰਦੇ ਨੇ ਆਪਣੀ ਜਿਹੜੀ ਸੀ ਇਹ ਯਾਤਰਾ ਸਿਆਸੀ। ਤੇ 2012 ਦੇ ਵਿੱਚ ਬਕਾਇਦਾ ਤੌਰ ਤੇ ਯੂਪੀ ਜਦੋਂ ਇਲੈਕਸ਼ਨ ਹੁੰਦੀ, ਭਾਜਪਾ ਦੇ ਉਮੀਦਵਾਰ ਚੁਣੇ ਜਾਂਦੇ ਤੇ ਇਹਨਾਂ ਨੂੰ ਉੱਥੇ MLA ਬਣਦੇ। ਉਦੋਂ ਬਾਅਦ 2016 ਚ ਇੱਕ ਬਾਈ ਇਲੈਕਸ਼ਨ ਸ਼ਾਇਦ ਹੁੰਦੀ ਉੱਥੇ ਜਿਹੜੀ ਪਾਰਲੀਮੈਂਟ ਦੀ, ਉਹਦੇ ਵਿੱਚ ਫਿਰ ਇਹ MP ਬਣਦੇ ਜੀ। MP ਬਣ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜਾ ਸੀ 2019 ਦੇ ਵਿੱਚ ਫਿਰ ਚੋਣ ਹੁੰਦੀ ਆ ਤੇ ਇਹ ਫਿਰ MP ਬਣ ਜਾਂਦੇ। ਹੁਣ ਇਹਨਾਂ ਨੂੰ ਅਜੇ ਕੁਮਾਰ ਟੈਨੀ ਜਿਹੜੇ ਹਿਸਟਰੀ ਸ਼ੀਟਰ ਆ, ਬਕਾਇਦਾ ਤੌਰ ਤੇ ਤਕੋਨੀਆ ਥਾਣੇ ਦੇ ਵਿੱਚ ਇਹਨਾਂ ਨੂੰ ਬਸਤਾ ਬਦਮਾਸ਼ਾਂ ਚ ਰੱਖਿਆ ਗਿਆ ਜੀ।
ਇਹਨਾਂ ਨੇ ਉਸ ਚੀਜ਼ ਨੂੰ ਹਾਈ ਕੋਰਟ ਚੈਲੰਜ ਕੀਤਾ। ਕਹਿੰਦੇ ਨੇ ਵੀ ਹਾਈ ਕੋਰਟ ਨੇ ਇਹਨਾਂ ਦੀ ਹਿਸਟਰੀ ਸ਼ੀਟ ਜਿਹੜਾ ਸੀ ਉਹ ਰੱਦ ਕਰ ਦਿੱਤੀ ਸੀਗੀ। ਵੈਸੇ ਆਮ ਤੌਰ ਤੇ ਰੱਦ ਤਾਂ ਹੁੰਦੀ ਨਹੀਂ, ਕਿਉਂਕਿ ਉਹ ਜਿਹੜੀ ਅੰਗਰੇਜ਼ਾਂ ਨੇ ਬਣਾਇਆ ਸੀ ਬਸਤਾ ਵਾਲੇ, ਬਸਤਾ A, ਬਸਤਾ B, ਬਸਤਾ C, ਇਹ ਬਸਤੇ ਜਿਹੜੇ ਸੀ ਨਾਲ ਹੀ ਬੰਦੇ ਤੇ ਜਾਂਦੇ ਆ। ਜੇ ਨਾ ਵੀ ਹੋਵੇ ਤੇ ਇਹ ਪਰਸਨਲ ਫਾਈਲ ਚ ਆ ਜਾਂਦੇ ਆ ਜੀ, ਰਿਕਾਰਡ ਨਾਲ ਹੀ ਜਾਂਦਾ ਇਹਨਾਂ ਦਾ। ਉਸ ਤੋਂ ਪਹਿਲਾਂ ਜੇ ਇਹਨਾਂ ਦੀ ਗੱਲ ਕਰ ਲਈਏ ਤੇ ਇਹ ਕੀ ਕਰਦੇ ਸੀ, ਇਹਨਾਂ ਦਾ ਤੁਕੂਨੀਆ ਪਿੰਡ ਬਿਲਕੁਲ ਜਿਹੜਾ ਵਾ ਉਹ ਕਸਬਾ ਸ਼ਾਇਦ ਛੋਟਾ ਜਿਹਾ ਕੋਈ ਬਕਾਇਦਾ ਤੌਰ ਤੇ ਉੱਥੇ ਹੈਗਾ ਵਾ ਬਾਰਡਰ ਦੇ ਉੱਤੇ, ਆਪਣੇ ਉਹ ਨੇਪਾਲ ਬਾਰਡਰ ਦੇ ਉੱਤੇ ਜੀ। ਇਹ ਕੀ ਕਰਦੇ ਸੀ, ਉੱਥੋਂ ਸਮਗਲਿੰਗ ਕਰਦੇ ਸੀ। ਜੇ ਕੋਈ ਨੇਪਾਲ 'ਚ ਚੀਜ਼ ਸਸਤੀ ਆ ਉਹਨੂੰ ਟਪਾ ਕੇ ਇੱਧਰ ਲੈ ਕੇ ਮਹਿੰਗੀ ਵੇਚਦੇ, ਜਿਵੇਂ ਡੀਜ਼ਲ ਜਿਹੜਾ ਉੱਥੇ ਸਸਤਾ ਇੱਥੇ ਲੈ ਕੇ ਮਹਿੰਗਾ ਵੇਚ ਲਿਆ, ਜਾਂ ਇੱਧਰ ਸਸਤਾ ਉਦੋਂ ਜਾ ਕੇ ਮਹਿੰਗਾ ਵੇਚ ਲਿਆ, ਜੀ। ਏਦਾਂ ਦੀ ਸਮਗਲਿੰਗ ਕਰਦੇ ਸੀ। ਤੇ ਇੰਨੇ ਕਿ ਹੈਗੇ ਸੀ ਕੁੱਟਮਾਰ ਕਰਨੀ, ਕਿਸੇ ਨੂੰ ਗਾਲਾਂ ਕੱਢਣੀਆਂ, ਕਿਸੇ ਨੂੰ ਧੱਕੇ ਨਾਲ ਬਣਾਉਣਾ ਆਪਣੀ ਗੱਲ। ਇਹਨਾਂ ਨੂੰ ਇਸ ਕਰਕੇ ਟੈਨੀ ਮਹਾਰਾਜ ਇਲਾਕੇ 'ਚ ਕਹਿੰਦੇ, ਟੈਨੀ ਮਹਾਰਾਜ, ਇਹ ਤਖੱਲਸ ਹੈ ਇਹਨਾਂ ਦਾ। ਤੁਹਾਨੂੰ ਪਤਾ ਹੋਏਗਾ 25 ਸਤੰਬਰ ਨੂੰ ਇਹਨਾਂ ਬਕਾਇਦਾ ਤੌਰ ਤੇ ਉੱਥੇ ਇੱਕ ਸਮਾਗਮ 'ਚ ਬੋਲਦਿਆਂ ਇੰਨੀ ਗੱਲ ਕਹੀ ਸੀ ਵੀ ਇਹ ਬੰਦੇ ਦੇ ਪੁੱਤ ਬਣ ਜਾਣੇ ਕਿਸਾਨ ਆਪਣੇ ਕਹਿੰਦੇ ਜੀ। ਜੇ ਨਾ ਬਣੇ ਤੇ ਫਿਰ ਸਾਨੂੰ ਬਣਾਉਂਦੇ ਆਉਂਦੇ ਆ, ਫਿਰ ਅਸੀਂ ਜਾਣਦੇ ਕਿਵੇਂ ਬੰਦੇ ਦੇ ਪੁੱਤ ਬਣਾਉਣੇ। 25 ਨੂੰ ਇਹਨਾਂ ਬਕਾਇਦਾ ਤੌਰ ਤੇ ਚੈਲੰਜ ਕੀਤਾ ਤੇ ਹੋਰ ਆ ਕੇ ਜਿਹੜੀ ਕਰਤੂਤ ਕੋਲੀ ਉਹ ਸਾਰਿਆਂ ਦੇ ਸਾਹਮਣੇ। ਜੀ। ਹੁਣ ਇਹਨਾਂ ਤੇ ਮੁਕੱਦਮੇ ਚੱਲਦੇ ਸੀ, 4 ਮੁਕੱਦਮੇ ਚੱਲਦੇ ਸੀ। 2 ਮੁਕੱਦਮਿਆਂ ਦੇ ਵਿੱਚ ਇਹਨਾਂ ਦਾ ਬੇਟਾ ਆਸ਼ੀਸ਼ ਜਿਹੜਾ ਹੈਗਾ ਵਾ ਮਿਸ਼ਰਾ, ਜੀ, ਉਹ ਵੀ ਉਹਦੇ ਵਿੱਚ ਮੁਕੱਦਮੇ ਸ਼ਾਮਲ ਹੈ। 2 ਮੁਕੱਦਮਿਆਂ ਦੇ ਵਿੱਚ ਜਦੋਂ 2012 ਦੇ ਵਿੱਚ ਇਹਨਾਂ ਨੇ ਚੋਣ ਲੜੀ ਤੇ ਕਹਿੰਦੇ ਸੀ ਮੈਂ ਨਹੀਂ ਲੜੀ, ਮੇਰੇ ਬੇਟੇ ਨੇ ਲੜੀ। ਜੀ। 2017 ਦੇ ਵਿੱਚ ਇਹਨਾਂ ਕੋਸ਼ਿਸ਼ ਕੀਤੀ ਸੀ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਦੀ। ਦਰਖਾਸਤ ਇੱਕ ਹੈਗਾ ਵਾ ਇੱਥੇ ਵਿਧਾਨ ਸਭਾ ਹਲਕਾ ਉੱਥੋਂ, ਜਿੱਥੋਂ ਇਹ ਆਪ ਪਹਿਲਾਂ ਬਣੇ ਸੀ, ਮੁੜ ਕੇ MP ਬਣ ਗਏ, ਲੇਕਿਨ ਉੱਥੋਂ ਇਹਨਾਂ ਨੂੰ ਨਹੀਂ ਸੀ ਮਿਲੀ। ਕੋਈ ਵਰਮਾ ਹੈਗਾ ਉਹਨੂੰ ਟਿਕਟ ਮਿਲ ਗਈ ਸੀ। ਹੁਣ ਵੀ ਇਹ ਕੋਸ਼ਿਸ਼ ਹਨ ਵੀ ਆਪਣੇ ਮੁੰਡੇ ਨੂੰ ਅਸੀਂ 2024 ਦੇ ਵਿੱਚ ਜਿਹੜੀ ਆ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਲੜਾਉਣੀ ਲੋੜੀ। ਜੀ। ਅੱਗੇ ਚੱਲਦੇ ਵੀ ਇਹ ਹੁਣ ਮੰਤਰੀ ਕਿਵੇਂ ਬਣੇ। ਜੀ। ਬੇਸਿਕਲੀ ਇਹ ਬ੍ਰਾਹਮਣ ਸਮਾਜ ਨੂੰ ਸੰਬੰਧਿਤ। ਤੁਹਾਨੂੰ ਪਤਾ ਹੋਏਗਾ ਇੱਕ ਵਿਕਾਸ ਦੁਬੇ ਦਾ ਤਾਂ ਬਦਮਾਸ਼ ਸੀ ਯੂਪੀ ਦੇ ਵਿੱਚ, ਜਿਹਨੇ 8 ਪੁਲਿਸ ਵਾਲੇ ਮਾਰੇ ਸੀ। ਜੀ। 8 ਵਾਰ ਪੁਲਿਸ ਵਾਲੇ ਮਾਰ ਕੇ ਉਹ ਮੱਧ ਪ੍ਰਦੇਸ਼ ਚਲੇ ਗਿਆ ਸੀ ਤੇ ਉਜੈਨ ਦੇ ਵਿੱਚੋਂ ਫੜਿਆ ਗਿਆ ਸੀ। ਜੀ। ਜਦੋਂ ਫੜਿਆ ਗਿਆ ਸੀ ਬਕਾਇਦਾ ਤੌਰ ਤੇ ਉਹ ਵੀਡੀਓਗ੍ਰਾਫੀ ਕੀਤੀ ਕਿ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਬਕਾਇਦਾ ਤੌਰ ਤੇ ਉੱਥੋਂ ਟ੍ਰਾਂਸਫਰ ਰਿਮਾਂਡ ਵੀ ਲਿਆ ਗਿਆ ਉਹਦਾ ਅਦਾਲਤ ਦੇ ਵਿੱਚੋਂ। ਉਹ ਇਸ ਕਰਕੇ ਕੀਤਾ ਕਿ ਵੀ ਉਹਨੂੰ ਪੁਲਿਸ ਮਾਰ ਨਾ ਸਕੇ, ਲੇਕਿਨ ਪੁਲਿਸ ਨੇ ਲਿਆ ਕੇ ਉਹਨੂੰ ਮਾਰਤਾ ਸੀ। ਤੇ ਉਹ ਆਪਣੇ ਇਲਾਕੇ ਦੇ ਵਿੱਚ ਵੀ ਇੱਕ ਹੀਰੋ ਸੀ। ਜੀ। ਹੀਰੋ ਇਸ ਕਰਦੇ ਸੀ, ਅਮੀਰਾਂ ਨੂੰ ਲੁੱਟਦਾ ਸੀ, ਗਰੀਬਾਂ ਦਾ ਭਲਾ ਕਰਦਾ ਸੀ। ਉਹ ਇਸ ਕਰਕੇ ਬ੍ਰਾਹਮਣ ਸਮਾਜ ਵਾਲੇ ਜਿਹੜੇ ਉਹਦੇ ਤੇ ਬੜਾ ਮਾਣ ਕਰਦੇ ਸੀ ਵੀ ਸਾਡੇ ਤੜੇ ਫੜੇ ਕੰਮ ਸਾਰੇ ਜੇ ਨਹੀਂ ਕਰਦਾ ਇਹਨੂੰ ਕੈਦ ਕਰਾ ਦਿੰਦਾ। ਉਹਦੀ ਮੌਤ ਤੋਂ ਬਾਅਦ ਬ੍ਰਾਹਮਣ ਸਮਾਜ ਵਾਲੇ ਉੱਥੇ ਕਾਫੀ ਨਾਰਾਜ਼ ਹੋ ਗਏ ਇਸ ਇਲਾਕੇ ਦੇ ਵਿੱਚ। ਫਿਰ ਬ੍ਰਾਹਮਣ ਸਮਾਜ ਨੂੰ ਹੁਣ ਜਿਹੜਾ ਸੀ ਇਹਨਾਂ ਨੇ ਖੁਸ਼ ਕਰਨ ਦੀ ਖਾਤਰ ਜਿਹੜਾ ਸੀ ਇਸ ਮਿਸ਼ਰੇ ਨੂੰ ਜਿਹੜਾ ਸੀ ਬਕਾਇਦਾ ਤੌਰ ਤੇ ਮੰਤਰੀ ਬਣਾਇਆ, ਹੋਰ ਕੋਈ ਕਾਰਨ ਨਹੀਂ ਸੀ। ਹੁਣ ਲੋਕ ਕਹਿੰਦੇ ਆ ਕਿ ਕਾਰਵਾਈ ਨਹੀਂ ਹੁੰਦੀ। ਕਾਰਵਾਈ ਭਾਈ ਕਿੱਦਾਂ ਹੋ ਸਕਦੀ? ਹੋਮ ਮਿਨਿਸਟਰ ਨੇ ਕਾਰਵਾਈ ਕਰਾਉਣੀ ਹੁੰਦੀ ਤੇ ਹੋਮ ਮਿਨਿਸਟਰ ਤੇ ਆ ਪਾਰਟੀ ਵਿੱਚ ਕਾਰਵਾਈ ਕੌਣ ਕਰੇ ਉੱਤੇ? ਜੀ, ਸਵਾਲ ਇਹ ਪੈਦਾ ਹੁੰਦਾ ਵਾ। ਲੇਕਿਨ ਇਹਨੂੰ ਇਹ ਨਹੀਂ ਸੀ ਪਤਾ ਵੀ ਇਹ ਮਾਮਲਾ ਇੱਥੋਂ ਤੱਕ ਵੱਧ ਜੂ। ਔਰ ਮੈਂ ਇਹ ਗੱਲ ਕਹਿ ਦਿਆਂ ਕਿ ਜੇ ਕਿਸਾਨਾਂ ਨੇ ਇਹਨੂੰ ਸਖਤੀ ਨਾਲ ਨਾ ਲਿਆ ਤੇ ਅੱਜ ਇਹ ਘਟਨਾ ਉੱਥੇ ਵਾਪਰੀ ਹੈ, ਲਖੀਮਪੁਰ ਚ ਵਾਪਰੀ ਹੈ, ਕੱਲ ਨੂੰ ਇਹ ਸਿੰਘੂ ਬਾਬਰ ਵਾਪਰੇਗੀ, ਗਾਜੀਪੁਰ ਬਾਰਡਰ ਵਾਪਰ ਸਕਦੀ ਜੀ। ਇਹਨੂੰ ਪੂਰੀ ਸਖਤੀ ਨਾਲ ਲੈਣਾ ਚਾਹੀਦਾ, ਇਹਨਾਂ ਦੀ ਗ੍ਰਿਫਤਾਰੀ ਕਰਾ ਕੇ ਇਹਨੂੰ ਅੰਦਰ ਦੇਣਾ ਚਾਹੀਦਾ। ਬਿਲਕੁਲ ਬਕਾਇਦਾ ਤੌਰ ਤੇ 307, 302, 120 ਹੋਰ ਧਾਰਾਵਾਂ ਲਾ ਕੇ ਮੁਕੱਦਮਾ ਦਰਜ ਕੀਤਾ ਗਿਆ। 14 ਬੰਦਿਆਂ ਦੇ ਵਿੱਚ ਪਹਿਲੇ ਨਾਂ ਤੇ ਆਸ਼ੀਸ਼ ਮਿਸ਼ਰ ਦਾ ਨਾਮ ਜੀ। ਇਹ ਵੀ ਜਾਣਕਾਰੀ ਮਿਲੀ ਆ ਵੀ ਅਜੇ ਮਿਸ਼ਰ ਦਾ ਨਾਮ ਵੀ ਸ਼ਾਮਲ ਹੋਵੇਗਾ ਤੇ ਬਾਕੀ 10% ਬੰਦੇ ਅਣਪਛਾਤੇ 24 ਬੰਦਿਆਂ ਤੇ ਪਰਚਾ ਕੀਤਾ ਪੁਲਿਸ ਨੇ, ਲੇਕਿਨ ਅਜੇ ਤੱਕ ਗ੍ਰਿਫਤਾਰ ਕੋਈ ਨਹੀਂ ਕੀਤਾ। ਪੜਤਾਲ ਕਰ ਰਹੇ ਜੀ। ਕਾਹਦੀ ਪੜਤਾਲ ਕਰ ਰਹੇ? ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਆ ਗਈਆਂ, ਕਿੱਦਾਂ ਉਹ ਭੱਜ ਰਿਹਾ ਵਾ, ਕਿੱਦਾਂ ਗੱਡੀਆਂ ਤੇ ਜਾ ਰਹੀਆਂ, ਕਿੱਦਾਂ ਲੋਕ ਮਰ ਰਹੇ ਆ, ਕਿੱਦਾਂ ਉੱਥੇ ਚੀਕ ਚੜਾ ਪਿਆ ਵਾ, ਕਿੱਦਾਂ ਉਹ ਬੰਦੇ ਜਿਹੜੇ ਘਸੀਟੇ ਜਾ ਰਹੇ ਨਾਲੇ ਦੇ, ਤੇ ਅਜੇ ਵੀ ਤੁਸੀਂ ਕਹਿੰਦੇ ਅਸੀਂ ਕਰ ਰਹੇ ਜੀ।
ਹੁਣ ਉੱਥੋਂ ਦੀ ਸਰਕਾਰ ਨੇ ਕੀ ਕੀਤਾ, ਰਕੇਸ਼ ਟਿਕੈਤ ਨੂੰ ਜਾਣ ਦਿੱਤਾ ਉੱਥੇ ਮੌਕੇ ਦੇ ਉੱਤੇ। ਮੌਕੇ ਤੇ ਗਿਆ, ਉਹਨਾਂ ਗੱਲਬਾਤ ਕੀਤੀ ਤੇ ਉਹਨੂੰ ਕਹਿਤਾ, ਉਹਨੇ ਕਿਹਾ ਜੀ ਤੁਸੀਂ ਜੇ ਸਾਡੇ ਨਾਲ ਕੰਪੀਟੀਸ਼ਨ ਕਰਨੀ ਹੈ, ਬਕਾਇਦਾ ਤੌਰ ਤੇ ਪਰਿਵਾਰਾਂ ਨੂੰ ਬਿਠਾ ਕੇ ਇਕੱਲੇ ਨਹੀਂ ਕੀਤੀ ਗੱਲ, ਜੀ ਪਰਿਵਾਰਾਂ ਨੂੰ ਬਿਠਾ ਕੇ ਗੱਲ ਕੀਤੀ। ਉਹਨਾਂ ਨੇ ਕਹਿਤਾ ਜੀ 1 ਕਰੋੜ ਰੁਪਇਆ ਸਾਨੂੰ ਕੰਪੀਟੀਸ਼ਨ ਚਾਹੀਦੀ ਇੱਕ ਪਰਿਵਾਰ। ਜੀ ਸਮਝੌਤਾ ਇਹਨਾਂ ਦਾ 45 ਲੱਖ ਦੇ ਹੋ ਗਿਆ ਇੱਕ ਪਰਿਵਾਰ ਦੇ, ਜਿਹਨੂੰ ਨੌਕਰੀ ਦੇਣ ਦੀ ਗੱਲ ਕੀਤੀ ਗਈ। ਹੁਣ ਉਹਦੇ ਵਿੱਚ ਇਹ ਨੌਕਰੀ ਦੇਣ ਦੀ ਕੀਤੀ ਗਈ, 45 ਲੱਖ ਵੀ ਸਮਝੌਤਾ ਹੋ ਗਿਆ। ਉਹਦੇ ਵਿੱਚ ਕਈ ਪ੍ਰਕਾਰ ਦੀਆਂ ਹੁਣ ਆਵਾਜ਼ਾਂ ਉੱਠ ਰਹੀਆਂ, ਜਿਹਦੇ ਬਾਰੇ ਉਹਨਾਂ ਨੇ ਇੰਨੀ ਗੱਲ ਕਹਿਤੀ, ਰਕੇਸ਼ ਟਿਕੈਤ ਨੇ, ਭਾਈ ਕੰਪਨਸੇਸ਼ਨ ਸਰਕਾਰ ਨੇ ਦਿੱਤੀ, ਲੇਕਿਨ ਇਹਦੇ ਮੁਕੱਦਮੇ ਦੇ ਉੱਤੇ ਇਹਦੇ ਤੇ ਕੋਈ ਸਮਝੌਤਾ ਨਹੀਂ ਹੈਗਾ। ਜੀ ਜਿਹੜਾ ਰੌਲਾ ਪਾਇਆ ਜਾ ਰਿਹਾ ਸਾਡਾ ਰਾਜੀਨਾਮਾ, ਬਿਲਕੁਲ ਕੋਈ ਰਾਜਾ ਨਹੀਂ। ਜਿੰਨੇ ਪੈਸੇ ਦਿੱਤੇ ਸਰਕਾਰ ਨੇ, ਸਾਡੇ ਕੋਲ ਦੱਸਦੇ ਸੀ ਖਾਤੇ 'ਚ ਪੈਸੇ ਪਾ ਦਿੰਦੇ ਵਾਪਸ ਉਹਦੇ, ਲੇਕਿਨ ਇਹਨਾਂ ਬੰਦਿਆਂ ਨੂੰ ਅਸੀਂ ਪਰਚੇ ਵੀ ਕਰਾਉਣੇ, ਅੰਦਰ ਵੀ ਕਰਾਉਣੇ, ਸਜ਼ਾਵਾਂ ਵੀ ਦੇਣੀਆਂ। ਜੀ ਹੁਣ ਉਸ ਚੀਜ਼ ਤੇ ਕੀ ਕੀਤਾ ਉਹਨਾਂ ਨੇ, ਫਿਰ ਲਖਮੀਰਪੁਰ ਜਿਹੜਾ ਹੈਗੀ ਸੀ ਉਹਦੇ ਘੇਰੇ ਕਰਫਿਊ ਟਾਈਪ ਲਾਤਾ, 144 ਲਾਤੀ ਕਿ ਕੋਈ ਵੀ ਪਾਰਟੀ ਦਾ ਬੰਦਾ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਗੁੰਮਰਾਹ ਨਾ ਕਰੇ, ਨਾ ਭੜਕਾਵੇ। ਜੀ ਬਕਾਇਦਾ ਤੌਰ ਤੇ ਪ੍ਰਿੰਕਾ ਗਾਂਧੀ ਗਈ, ਉਹ ਪਿੰਡਾਂ ਦੇ ਵਿੱਚ ਹੋ ਕੇ ਗੱਡੀਆਂ ਲੈ ਕੇ ਗਈ, ਲੇਕਿਨ ਉਹਨੂੰ ਮੁੜ ਕੇ ਫਿਰ ਸੀਤਾਪੁਰ ਜਾ ਕੇ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ। ਜੀ 30 ਘੰਟੇ ਬਾਅਦ ਉਹਦੀ ਗ੍ਰਿਫਤਾਰੀ ਪਾਤੀ, ਉਹ ਵਿਚਾਰੀ ਉੱਥੇ ਰਹੀ ਹੈ ਬਕਾਇਦਾ ਤੌਰ ਤੇ। ਮੁੜ ਕੇ ਕੱਲ ਉਹਦੀ ਜਿਹੜੀ ਸੀ ਗ੍ਰਿਫਤਾਰੀ ਪਾਈ, 107 ਤੇ 151 ਦੇ 10 ਬੰਦਿਆਂ ਤੇ ਕੇਸ ਕੀਤਾ। ਜੀ ਪ੍ਰਿੰਕਾ ਨੂੰ ਛੱਡ ਦਿੱਤਾ ਗਿਆ, ਕਿਉਂ ਕਿ ਸਾਰੇ ਸੰਸਕਾਰ ਹੋ ਗਏ ਸੀ। ਇਹਨਾਂ ਨੂੰ ਪਤਾ ਹੈ ਸੰਸਕਾਰ ਹੋਣ ਤੋਂ ਪਹਿਲਾਂ ਜਾ ਕੇ ਰੌਲਾ ਪਊਗਾ ਤੇ ਲੋਕ ਜ਼ਿਆਦਾ ਭਾਵਕ ਹੋਣਗੇ। ਜੀ ਅੱਜ ਉਹਨਾਂ ਨੇ ਫਿਰ ਜਿਹੜੇ ਰਾਹੁਲ ਗਾਂਧੀ, ਚੰਨੀ ਜੀ, ਵੇਣੂਗੋਪਾਲ, ਭੁਪੇਸ਼ ਪਟੇਲ ਬਘੇਲ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ, ਤੇ ਪ੍ਰਿੰਕਾ ਗਾਂਧੀ ਨੇ ਪੰਜਾਬ ਨੂੰ ਕਹਿ ਦਿੱਤਾ ਵੀ ਤੁਸੀਂ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲ ਸਕਦੇ ਹੋ, ਉੱਥੇ ਜਾ ਸਕਦੇ ਹੋ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਇੱਕ ਬਦਮਾਸ਼ ਬੰਦਾ, ਜੀ ਇੱਕ ਬਸਤਾ ਜਿਹੜਾ ਥਾਣੇ ਦੇ ਬਸਤਾ ਹੁੰਦਾ, ਉਹਦਾ ਬੰਦਾ ਬਸਤਾ ਬਦਮਾਸ਼ਾ ਦਾ ਬੰਦਾ ਹੋਵੇ, ਠੀਕ ਹੈ ਜੀ, ਉਹ ਮੰਤਰੀ ਵੀ ਆ, ਉਹ MLA ਵੀ ਰਿਹਾ, ਉਹ ਨਾਖਲੀਨ ਦੇ ਸੰਸਦ ਮੈਂਬਰ ਵੀ, MP ਵੀ। ਜੇ ਇੱਥੋਂ ਤੱਕ ਚਲੀ ਗਈ, ਸਾਡਾ ਨਿਗਾਰ ਆ ਗਿਆ ਸਾਡੀ ਸਿਆਸਤ ਦੇ ਵਿੱਚ, ਕਿੱਥੇ ਜਾ ਕੇ ਭਲਾ ਹੋਊਗਾ ਸਾਡਾ। ਜਿਹੜੀ 2014 ਚ ਬਕਾਇਦਾ ਤੌਰ ਤੇ ਸਾਡੀ ਜਿਹੜੀ ਪਾਰਲੀਮੈਂਟ ਚੁਣੀ ਗਈ, ਉਹਦੇ ਵਿੱਚ 183 ਬੰਦੇ ਜਿਹੜੇ ਸੀ ਉਹ ਬਕਾਇਦਾ ਤੌਰ ਤੇ ਕ੍ਰਿਮੀਨਲ ਲਿਸਟ ਦੇ, ਜਿਨ੍ਹਾਂ ਦੇ ਖਿਲਾਫ ਮੁਕੱਦਮੇ ਦਰਜ ਸੀ। 50 ਕੇ 60 ਤੇ ਕਤਲਾਂ ਵਾਲੇ ਸੀ, ਤੇ ਇਹਨੇ 50-60 ਹੋਰ ਸੀ ਜਿਹੜੇ ਬਲਾਤਕਾਰ ਦੇ ਬੰਦੇ ਸੀ। ਬਲਾਤਕਾਰ ਦੇ ਕੇਸ ਚੱਲਦੇ ਉਹਨਾਂ ਦੇ ਖਿਲਾਫ। ਜੀ ਕੁਲਦੀਪ ਸੈਂਗਰ ਦਾ ਤੁਸੀਂ ਕੇਸ ਵੇਖਿਆ ਹੀ ਆ, ਯੂਪੀ ਚ ਹੋਇਆ ਸੀਗਾ। ਬੜੀ ਫਿੱਟ ਲਾਂਘ ਤੋਂ ਬਾਅਦ ਉਹਨੂੰ ਫਿਰ ਇਹਨਾਂ ਕੱਢਿਆ, ਉਹਨੂੰ ਬਕਾਇਦਾ ਤੌਰ ਤੇ ਸਜ਼ਾ ਆਈ, ਜੇਲ੍ਹ ਚ। ਹੁਣ ਪਤਾ ਨਹੀਂ ਇਹ BJP ਸੋਚ ਕੀ ਰਹੀ ਹੈ, ਇਹ ਬੰਦੇ ਤੇ ਕਾਰਵਾਈ ਕੋਈ ਨਹੀਂ ਕਰ ਰਹੀ, ਇਹਨੂੰ ਮੰਤਰੀਸ਼ਿਪ ਤੇ ਲਾ ਰਹੀ ਹੈ, ਇਹਦੇ ਖਿਲਾਫ ਕਾਰਵਾਈ ਨਹੀਂ ਕੋਈ ਕਰ ਰਹੀ। ਅਜੇ ਤੱਕ ਸਾਡੇ ਪ੍ਰਧਾਨ ਮੰਤਰੀ ਨੇ, ਹੋਮ ਮਿਨਿਸਟਰ ਨੇ ਕਿਸੇ ਮੂੰਹ ਨਹੀਂ ਖੋਲਿਆ ਵੀ ਘਟਨਾ ਮਾੜੀ ਵਾਪਰੀ। ਜੀ ਇਹ ਘਟਨਾ ਦਾ ਅਸਰ ਜਿਹੜਾ ਇੱਥੇ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੈਗਾ। ਤੇ ਸਿਰਫ ਇੱਕੋ ਗੱਲ ਹੈ ਵੀ ਇਹਦੇ ਜਿਹੜੀ ਸੰਯੁਕਤ ਕਿਸਾਨ ਮੋਰਚਾ, ਉਹਨਾਂ ਨੂੰ ਸਖਤੀ ਨਾਲ ਲੈਣਾ ਚਾਹੀਦਾ, ਸਖਤੀ ਦੇ ਨਾਲ ਲਿਆ। ਤੇ ਕੱਲ ਨੂੰ ਇਹ ਘਟਨਾ ਤੁਹਾਡੀ ਸਿੰਘੂ ਬਾਰਡਰ ਵਾਪਰੇਗੀ, ਇਹ ਗਾਜੀਪੁਰ ਵੀ ਵਾਪਰੇਗੀ, ਇਸ ਕਰਕੇ ਸਖਤੀ ਕਰੋ ਜਿੰਨੀ ਹੋ ਸਕੇਗੀ। ਜੀ ਜੀ ਬਿਲਕੁਲ, ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜੀ, ਉਹਦੇ ਲਈ ਜਦੋਂ ਤੁਸੀਂ ਬੜੇ ਵਧੀਆ ਤਰੀਕੇ ਨਾਲ ਤਫਸੀਲ 'ਚ ਦੱਸਿਆ ਕਿ ਸਰਕਾਰਾਂ ਬੋਲਦੀਆਂ ਹੀ ਨਹੀਂ ਆਪਦੇ ਹਾਂ ਪੱਖੀ ਰਵੱਈਏ ਨੂੰ, ਜਾਂ ਇਹ ਮੇਰਾ ਹਮ ਖਿਆਲ ਆ ਤੇ ਇਹਦੇ ਸਾਰੇ ਖਿਆਲ ਹੀ ਮਾਫ ਆ। ਇਸ ਮਿਸ਼ਰਾ ਪਰਿਵਾਰ ਨੇ ਇਹ BJP ਲਈ ਤਾਂ ਕਿਸੇ ਨਾ ਕਿਸੇ ਪੱਖ ਤੋਂ BJP ਵਾਲਿਆਂ ਨੂੰ ਇਹੀ ਲੱਗਦਾ ਕਿ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੀ ਸਾਡੇ ਲਈ, ਇਹਨਾਂ ਨੇ ਆਪਦੀ ਜਾਨ ਖਤਰੇ 'ਚ ਪਾਈ, ਸਾਡੇ ਲਈ ਜਾਨ ਲਈ। ਦੇਖੋ BJP ਵਾਲੇ ਜਿਹੜਾ ਮੁੰਡਾ ਕਸ਼ਪ ਪੱਤਰਕਾਰ ਮਰਿਆ ਉੱਥੇ, ਜੀ ਉਹਨੂੰ ਵੀ ਆਪਣੇ ਖਾਤੇ 'ਚ ਪਾਈ ਜਾਂਦੇ ਸੀ ਵੀ ਇਹ BJP ਦਾ ਵਰਕਰ ਸੀਗਾ। ਜੀ ਉਹ ਤੇ ਉਹਦੇ ਘਰਦੇ ਨੇ ਕਹਿਤਾ ਇਹ ਕਵਰੇਜ ਵਾਸਤੇ ਗਿਆ ਸੀ ਉੱਥੇ ਕਿਸਾਨਾਂ ਦੀ, ਕਿੱਥੇ ਤੁਸੀਂ ਕਹਿੰਦੇ BJP ਦਾ ਵਰਕਰ ਸੀਗਾ। ਹੁਣ ਜਿਹੜਾ ਇਹ ਕਿਸਾਨਾਂ ਨੇ ਢਿਬਰੀ ਟੈਟ ਕਰਦੇ, ਪਹਿਲਾਂ ਉਹਨਾਂ ਨੇ ਉਹ ਜਿਹੜਾ ਹੈਗਾ ਪੱਤਰਕਾਰ ਨੂੰ ਕੁਛ ਨਹੀਂ ਦਿੱਤਾ ਸਰਕਾਰ ਨੇ, ਉੱਥੇ ਮੁੜ ਕੇ ਪੱਤਰਕਾਰ ਨੇ ਕੱਲ ਮੁਜ਼ਾਹਰਾ ਵੀ ਕੀਤਾ। ਫਿਰ ਸਰਕਾਰ ਹਿੱਲੀ ਵੀ 45 ਲੱਖ ਰੁਪਇਆ ਤੇ ਪਰਿਵਾਰ ਨੂੰ ਨੌਕਰੀ ਵੀ ਉਹਨੂੰ ਵੀ ਦਿੱਤੀ ਗਈ। ਜੀ ਨਹੀਂ ਤੇ ਪਹਿਲਾਂ ਕਹਿੰਦਾ ਪੱਤਰਕਾਰ ਨੂੰ ਛੱਡ ਦੇਣੀ ਕਿਹੜੀ ਗੱਲ ਹੈਗੀ ਹੈ। ਬਿਲਕੁਲ ਉਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਹੁਣ 50-50 ਲੱਖ ਰੁਪਇਆ ਅਨਾਉਂਸ ਕੀਤੇ, ਉਹ ਪੱਤਰਕਾਰ ਨੂੰ ਬਰਾਬਰ ਦੇ ਕੀਤੇ। ਜੀ ਇਹ ਉਹ ਕਿਸਾਨਾਂ ਦੀ ਕਵਰੇਜ ਕਰਨ ਵਾਸਤੇ ਗਿਆ ਸੀਗਾ। ਇਸ ਕਰਕੇ ਇਸ ਬੰਦੇ ਦਾ ਛੈਲਰ ਵੀ ਉੱਥੇ ਹੈਗਾ, ਜ਼ਮੀਨ ਵੀ ਹੈਗੀ, ਇਹ ਨਹੀਂ ਗੱਲ ਨਹੀਂ ਕੋਈ ਨੰਗ ਤੰਗ ਬੰਦਾ। ਜੀ
ਲੇਕਿਨ ਅਫਸੋਸ ਇਸ ਗੱਲ ਦਾ ਵੀ ਇਹੋ ਜਿਹੇ ਕ੍ਰਿਮੀਨਲ ਬੰਦੇ ਜੇ ਸਾਡੀ ਪਾਰਲੀਮੈਂਟ ਜਿਹਨੂੰ ਮੰਦਰ ਕਹਿੰਦੇ ਅਸੀਂ, ਸਭ ਤੋਂ ਪਵਿੱਤਰ ਮੰਦਰ ਸਾਡਾ ਉਹ ਆ, ਜੀ ਜੇ ਉੱਥੇ ਇਹੋ ਜਿਹੇ ਬੰਦੇ ਜਾ ਕੇ ਬੈਠਣਗੇ, ਕਾਨੂੰਨ ਬਣਾਉਣਗੇ, ਤੇ ਉਹ ਕਾਨੂੰਨ ਫਿਰ ਆਮ ਲੋਕਾਂ ਦੇ ਹੱਕ 'ਚ ਨਹੀਂ ਬਣਾਉਣਗੇ, ਆਪਣੇ ਹੱਕ 'ਚ ਬਣਾਉਣਗੇ। ਅਸੀਂ ਕ੍ਰਾਈਮ ਕਰਨਾ ਵਾ, ਸਾਨੂੰ ਮਾਫੀ ਕਿੱਥੋਂ ਮਿਲ ਸਕਦੀ? ਬਿਲਕੁਲ। ਇਹ ਇੱਕ ਮੇਰੇ ਜ਼ਿਹਨ ਦੇ ਵਿੱਚ ਪੱਟੀ ਸਾਹਿਬ ਹੋਰ ਸਵਾਲ ਆਉਂਦਾ। ਤੁਸੀਂ ਉਮਰ ਦੇ ਬੜੇ ਤਜਰਬੇ ਦੇ ਦੌਰ ਦੇ ਵਿੱਚੋਂ ਲੰਘ ਰਹੇ ਹੋ, ਤੁਸੀਂ ਬੜੀਆਂ ਸਰਕਾਰਾਂ ਵੀ ਵੇਖੀਆਂ ਨੇ ਅਤੇ ਬੜੇ ਕਾਨੂੰਨੀ ਫੈਸਲੇ ਵੀ ਦੇਖੇ ਨੇ, ਅਤੇ ਫੈਸਲਿਆਂ ਤੋਂ ਬਾਅਦ ਬਦਲਦੀ ਫਿਜ਼ਾ ਵੀ ਦੇਖੀ ਹੈ। ਤਾਂ ਜਿਹੜਾ ਜਦੋਂ ਦੀਆਂ ਸਰਕਾਰਾਂ ਬਣਨ ਲੱਗੀਆਂ, ਦੇਸ਼ ਆਜ਼ਾਦ ਹੋਇਆ, ਇੱਕ ਤਾਂ ਦਲ ਬਦਲੀ ਤੇ ਕੋਈ ਠੋਸ ਕਾਨੂੰਨ ਨਹੀਂ ਆਇਆ, ਅਤੇ ਨਾ ਹੀ ਕੋਈ ਠੋਸ ਕਾਨੂੰਨ ਆਇਆ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ ਬੜੀ ਵੱਡੀ ਬਹੁਤਾਤ ਆ ਜਿਹੜੀ ਉਹ ਨਿਆਂ ਦੇ ਮੰਦਰ 'ਚ ਅੰਦਰ ਪਹੁੰਚ ਚੁੱਕੀ ਹੈ, ਭਾਵੇਂ ਉਹ ਬਲਾਤਕਾਰੀ ਨੇ ਅਤੇ ਭਾਵੇਂ ਕਿਸੇ ਨਾ ਕਿਸੇ ਕੇਸ ਦੇ ਵਿੱਚ ਸਜ਼ਾ ਯਾਫਤਾ ਹੋਏ ਜਾਂ ਨਹੀਂ ਹੋਏ, ਉਹਨਾਂ ਦੇ ਸੁਪਰੀਮ ਕੋਰਟ ਤੱਕ ਕੇਸ ਚੱਲਦੇ ਆ, ਪਰ ਫਿਰ ਵੀ ਉਹ ਮੰਤਰੀ ਬਣ ਜਾਂਦੇ ਆ, ਆਪਦੀ ਮਰਜ਼ੀ ਦੇ ਨਾਲ ਉਹ ਦਲ ਬਦਲਦੇ ਨੇ। ਇਹਦਾ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਤੇ ਭਾਰਤ ਦੀ ਸਿਆਸਤ ਤੇ ਆਮ ਵਰਗ ਤੇ ਬੜਾ ਵੱਡਾ ਖਰਚਾ ਵੀ ਪੈਂਦਾ ਤੇ ਬੜੇ ਗਲਤ ਨਤੀਜੇ ਨਿਕਲਦੇ ਆ, ਜਿਨ੍ਹਾਂ ਨਾਲ ਕੋਈ ਸਥਾਈ ਰੂਪ ਵਿੱਚ ਵਿਕਸਿਤ ਦੇਸ਼ ਹੋਣ ਦਾ ਮਾਣ ਮਹਿਸੂਸ ਨਹੀਂ ਹੁੰਦਾ? ਤੁਸੀਂ ਠੀਕ ਕਿਹਾ ਜੀ, ਬਿਲਕੁਲ ਠੀਕ ਕਿਹਾ। ਮੈਂ ਤੇ ਇਹ ਗੱਲ ਕਹਿਣਾ ਵੀ 2024 ਦੀਆਂ ਤੁਸੀਂ ਹੁਣ ਚੋਣਾਂ ਹੋਣ ਲੈਣ ਦਿਓ। ਅੱਜ 233 ਗਿਣਤੀ ਆ ਨਾ ਕ੍ਰਿਮੀਨਲਾਂ ਦੀ, ਤੇ ਜੇ 272 ਹੋ ਗਈ ਤੇ ਸਰਕਾਰ ਇਹਨਾਂ ਦੀ ਬਣਨੀ ਹੈ ਜੀ। ਕਿਉਂ 272 ਤੁਹਾਨੂੰ MP ਚਾਹੀਦੇ, 543 ਦੇ ਵਿੱਚੋਂ ਜਿਹੜੀ ਸਰਕਾਰ ਬਣਾਉਣ ਵਾਸਤੇ, ਸਰਕਾਰ ਬਣਾ ਦੇਣ ਆਪਣੀ ਹੈ, ਜੋ ਮਰਜ਼ੀ ਕਹੀ ਜਾਣ ਉੱਥੇ। ਇਹ ਸਾਡੇ ਲੋਕਾਂ ਨੂੰ ਵੀ ਸੋਚਣਾ ਪਊਗਾ। ਜਿਹੜਾ ਪਿੱਛੇ ਜੇ ਸਾਡੀਆਂ ਜੇਲ੍ਹਾਂ 'ਚ ਰਹਿ ਕੇ ਗਿਆ ਇੱਥੇ ਜੀ, ਇੱਕ ਬੜਾ ਕ੍ਰਿਮੀਨਲ ਬੰਦਾ, ਉਹਦਾ ਨਾਮ ਮਿਸਰ ਗਿਆ ਮੇਰੇ ਕੋਲੋਂ, ਉਹਨੂੰ ਕਈ ਸਾਲ ਅਸੀਂ ਆਪਣੀ ਜੇਲ੍ਹ, ਸਾਡੀ ਕਾਂਗਰਸ ਸਰਕਾਰ ਨੇ ਰੱਖਿਆ ਬਹਾਨੇ ਨਾਲ ਵੀ ਇਹਨੇ ਫਲਾਣੀ ਜਗ੍ਹਾ ਕੰਮ ਜਿਹੜਾ ਸੀ ਉਹ ਚੋਰੀ ਕੀਤੀ ਸੀ, ਡਾਕਾ ਮਾਰਿਆ ਸੀ, ਉਸ ਕੇਸ ਰੱਖਿਆ ਤੇ ਜੀ, ਉਹਨੂੰ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਭੇਜਣਾ ਪਿਆ ਜੀ। ਉਹ ਕਿੰਨੀ ਵਾਰੀ MLA ਅੰਦਰ ਹੀ ਬੈਠਾ ਬਣਿਆ ਜੀ, ਅੰਦਰੋਂ ਹੀ ਆਪਣਾ ਕਾਰੋਬਾਰ ਕਰਦਾ। ਅੱਜ ਵੀ ਜੇਲ੍ਹਾਂ ਦੇ ਵਿੱਚੋਂ ਜਿਹੜੇ ਆ ਸਾਰਾ ਸਿਸਟਮ ਚੱਲ ਰਿਹਾ। ਜਿਹੜੀ ਆਪਾਂ ਕੱਲ ਵੀ ਗੱਲ ਕੀਤੀ ਸੀ, ਰਿਪੋਰਟ ਜਿਹੜੀ ਖੁੱਲਣੀ ਆ ਜੀ, ਉਹਦੇ ਵਿੱਚ ਜੇਲ੍ਹ ਦੇ ਜਿਹੜੇ DGP ਸੀ ਸਾਡੇ ਸ਼ਸ਼ੀ ਕਾਂਤ ਹੋਰੀ, ਉਹ ਦੁਖੀ ਹੋ ਗਏ ਸੀ ਵੀ ਜੇਲ੍ਹਾਂ ਦੇ ਵਿੱਚੋਂ ਜਿਹੜੇ ਸਾਡੇ ਉੱਥੇ ਗਰੁੱਪ ਚੱਲ ਰਹੇ ਸਿਰ, ਜੇਲ੍ਹਾਂ ਦੇ ਵਿੱਚੋਂ ਫੋਨ ਤੇ ਸੌਦੇ ਹੁੰਦੇ ਨੇ, ਕੌਣ ਜ਼ਿੰਮੇਵਾਰ ਦੇ ਵਾਸਤੇ ਹੈਗਾ? ਜੀ। ਅਸੀਂ ਰੰਧਾਵਾ ਸਾਹਿਬ ਦੀ ਗੱਲ ਕਰਦੇ ਹਾਂ, ਕਿਤੇ ਬੜੇ ਇਮਾਨਦਾਰ ਬੰਦੇ ਆ, ਲੇਕਿਨ ਉਹ ਜੇਲ੍ਹਾਂ ਦੇ ਬਿਲਕੁਲ ਕੰਟਰੋਲ ਨਹੀਂ ਕਰ ਸਕੇ, ਮੋਬਾਈਲ ਨਹੀਂ ਬੰਦ ਕਰ ਸਕੇ। ਜੇਲ੍ਹਾਂ ਦੇ ਜਿਹੜੇ ਬੰਦੇ ਮਾਰੇ ਬੈਠੇ ਉਹ ਆਪਣਾ ਕੰਮ ਅੰਦਰੋਂ ਕਰੀ ਜਾਂਦੇ ਆ, ਅੰਦਰੋਂ ਫੋਨ ਕਰਕੇ ਫਰੌਤੀਆਂ ਲੈ ਜਾਂਦੀਆਂ। ਫਰੌਤੀਆਂ ਵੀ ਜਿਹੜੀਆਂ ਕਈ ਜਗ੍ਹਾ ਤੇ ਆ ਕੇ ਉਹ ਜਿਹੜੀਆਂ ਸਟੂਡੈਂਟ ਜੇਲ੍ਹ ਤੋਂ ਕੋਲ ਆਉਂਦੀਆਂ ਨੇ, ਹੋ ਕੀ ਰਿਹਾ ਸਮਝ ਨਹੀਂ ਆਉਂਦੀ। ਏਦਾਂ ਜੇ ਕੰਮ ਚੱਲਦਾ ਰਿਹਾ ਤੇ ਮੇਰੇ ਖਿਆਲ ਆਮ ਬੰਦੇ ਦਾ ਜੀਣਾ ਹਰਾਮ ਹੋ ਜਾਊਗਾ। ਤੁਹਾਡੇ ਘਰ ਲੋਕੀ ਆਉਣਗੇ, ਪਹਿਲਾਂ ਕੋਈ ਕਹਿੰਦੇ ਸੀ ਵੀ ਤੁਹਾਡੀ ਚੀਜ਼ਾਂ ਲੋਕੀ ਹੱਥਾਂ 'ਚ ਖੋਲਣਗੇ, ਖੋ ਰਹੇ ਨੇ ਅੱਜ। ਹੁਣ ਤੇ ਜੇ ਹਾਲਾਤ ਰਹੇ ਤੇ ਕਦੋਂ ਤੁਹਾਡੇ ਕਰਨਗੇ, ਕੱਢ ਇੰਨੇ ਪੈਸੇ ਨੇ, ਚੱਲ ਗੋਲੀ ਮਾਰਦੇ ਨੂੰ, ਕੋਈ ਗੱਲ ਨਹੀਂ, ਕੁਛ ਨਹੀਂ। ਜੇ ਇਹ ਹਾਲਾਤ ਲਾ ਐਂਡ ਆਰਡਰ ਦੀ ਜਿਹੜੀ ਆ ਉਹ ਇੱਥੇ ਹਾਲਾਤ ਮਾੜੇ ਹੁੰਦੇ ਆ, ਤੇ ਉਹ ਫਿਰ ਸਮਾਜ ਤੇ ਅਸਰ ਪਏਗਾ, ਤੇ ਸਮਾਜ ਦੇ ਵਿੱਚ ਸਿਵਲ ਵਾਰ ਸ਼ੁਰੂ ਹੋਣੀ ਹੈ। ਲੋਕਾਂ ਨੇ ਕਿਹੜਾ ਨੇ ਗੋਲੀ ਖਾ ਕੇ ਮਰ ਗਏ, ਇਹਨਾਂ ਨੇ ਗਲ ਪੈ ਕੇ ਮਰੋ। ਹਾਲਾਤ ਏਦਾਂ ਦੇ ਬਣ ਰਹੇ, ਇਹ ਮਾੜੀ ਗੱਲ ਆ। ਇਹਦੇ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ। ਸਰਕਾਰਾਂ ਦਾ ਕੰਮ ਆ ਵੀ ਜਿਹੜੀ ਆ ਅਮਨ ਸ਼ਾਂਤੀ ਜਿਹੜੀ ਬਹਾਲ ਰੱਖਣੀ। ਜੇ ਸਰਕਾਰਾਂ ਨਹੀਂ ਰੱਖਦੀਆਂ ਫਿਰ ਸਰਕਾਰਾਂ ਕਾਹਦੀਆਂ? ਬਿਲਕੁਲ। ਸਰਕਾਰਾਂ ਜਦੋਂ ਆਪਦੇ ਸ਼ਿਕੰਜਾ ਕੱਸਦੀਆਂ ਨਜ਼ਰ ਆਉਂਦੀਆਂ ਨੇ ਤਾਂ ਉਹ ਵੇਸਲੀਆਂ ਹੋ ਜਾਂਦੀਆਂ ਨੇ, ਉਸ ਦਲ ਬਦਲੂ ਕਾਨੂੰਨ ਨੂੰ, ਸਖਤ ਕਾਨੂੰਨ ਨੂੰ ਲਿਆਉਂਦੀਆਂ ਨਹੀਂ, ਲੋਕਪਾਲ ਨੂੰ ਵਿਸਾਰ ਦਿੰਦੀਆਂ ਨੇ, ਅਤੇ ਜੁਰਮ ਪੇਸ਼ਾ ਵਾਲੇ ਜਿਹੜੇ ਲੋਕ ਆ ਉਹ ਅੱਗੇ ਤੱਕ ਪਹੁੰਚ ਜਾਂਦੇ ਆ, ਅਤੇ MP MLA ਵੀ ਬਣਦੇ ਆ। ਬਿਲਕੁਲ ਜੀ, ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੀ ਸੁਹਿਰਦ ਹੋਣਗੇ, ਅਤੇ ਹੋ ਸਕਦਾ ਸਮੇਂ ਦੀਆਂ ਸਰਕਾਰਾਂ ਇਸ ਵੱਲ ਧਿਆਨ ਦੇਣ, ਅਤੇ ਇਹ ਵੀ ਹੋ ਸਕਦਾ ਕਿ ਕਾਨੂੰਨ ਘਾੜੇ ਆ ਜਿਹੜੇ ਉਹ ਬਿਲਕੁਲ ਭਵਿੱਖ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕੋਈ ਇੱਦਾਂ ਦਾ ਸੂ ਮੋਟੋ ਨੋਟਿਸ ਲਵੇ ਕਿ ਇਹ ਜਿਹੜੇ ਅਪਰਾਧੀ ਕਿਸਮ ਦੇ ਸ਼ਖਸ ਆ ਉਹ ਨਿਆਂ ਦੇ ਮੰਦਰ 'ਚੋਂ ਜਿਹੜੇ ਆ ਉਹ ਬਾਹਰ ਹੋਣ, ਉਹਨਾਂ ਨੂੰ ਸਜ਼ਾਵਾਂ ਮਿਲਣ, ਅਤੇ ਉਹ MP MLA ਨਾ ਬਣਨ। ਬਿਲਕੁਲ ਜੀ, ਇਹੋ ਉਮੀਦ ਆ। ਅਤੇ ਦੂਸਰੀ ਗੱਲ ਪੱਟੀ ਸਾਹਿਬ ਇਹ ਆਉਂਦੀ ਆ, ਦੂਸਰੀ ਖਬਰ ਜਿਹੜੀ ਹੈਗੀ ਆ ਵਾਰ-ਵਾਰ ਆਪਾਂ ਕਰ ਰਹੇ ਹਾਂ ਕਿ ਅਕਾਲੀ ਆਗੂਆਂ ਨੇ ਮੈਦਾਨਤਾ ਵਿੱਚ ਜੇਰੇ ਇਲਾਜ ਤਜਿੰਦਰ ਸਿੰਘ ਵਿਰਕ ਦਾ ਹਾਲ ਚਾਲ ਪੁੱਛਿਆ, ਅਤੇ ਦਿੱਲੀ ਕਮੇਟੀ ਤੋਂ ਸ਼੍ਰੋਮਣੀ ਕਮੇਟੀ ਇਲਾਜ ਲਈ, ਦੋਵੇਂ ਕਮੇਟੀਆਂ
ਇਹਦਾ ਖਰਚਾ ਚੱਕਣਗੀਆਂ ਜੀ, ਕੀ ਕਹਿਣਾ ਚਾਹੋਗੇ? ਜਿਹੜੇ ਤਜਿੰਦਰ ਸਿੰਘ ਵਿਰਕ ਨੇ ਇਹ ਉੱਥੇ ਬਕਾਇਦਾ ਤੌਰ ਤੇ ਆਗੂ ਨੇ, ਜੀ ਕਿਸਾਨਾਂ ਦੇ ਆਗੂ, ਕਿਸਾਨ ਲੀਡਰ ਨੇ ਬੰਦੇ। ਮੈਂ ਸੋਚਦਾ ਸਰ ਤਜਿੰਦਰ ਸਿੰਘ ਵਿਰਕ ਨੂੰ ਹੀ ਉਹਨਾਂ ਨੇ ਜਿਹੜਾ ਸੀ 3 ਪੁਆਇੰਟ ਬਣਾਇਆ ਸੀ ਤੇ ਉਹਨਾਂ 3 ਪਾਉਣ ਦੇ ਵਿੱਚ ਜਿਹੜੇ ਕਾਬੂ ਦੂਜੇ ਵਿਚਰਨ ਵਾਲੇ ਆ ਗਏ ਜੀ 12 ਬੰਦੇ ਫੱਟੜ ਹੋਏ, 4 ਕਿਸਾਨ ਜਿਹੜੇ ਮਾਰੇ ਗਏ, 1 ਪੱਤਰਕਾਰ ਮਾਰਿਆ ਗਿਆ, 3 ਬੰਦੇ ਹੋਰ ਮਾਰੇ ਗਏ ਜਿਹੜੇ ਬਾਰੇ ਕਹਿੰਦੇ ਜੀ ਬੀਜੇਪੀ ਦੇ ਵਰਕਰ ਸੀ। ਅਜੇ ਤੱਕ ਸਾਬਤ ਨਹੀਂ ਕੋਈ ਕਰ ਸਕਿਆ ਬੀਜੇਪੀ ਦੇ ਜੀ। ਤਾਈਓ ਇੱਕ ਟੀਵੀ ਚੈਨਲ ਤੇ YouTube ਚੈਨਲ ਤੇ ਬੈਠਾ ਸੀ, ਕਹਿੰਦਾ ਸੀ ਬੀਜੇਪੀ ਦਾ ਜੀ ਕ੍ਰਾਸ ਪਰਚਾ ਆਏਗਾ, ਕ੍ਰਾਸ ਸਜ਼ਾ ਹੋਏਗੀ, ਕ੍ਰਾਸ ਜੋ ਕਰ ਲਓ ਬਾਈ, ਤੁਸੀਂ ਕਰਨਾ ਕੋਈ ਗੱਲ ਨਹੀਂ। ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਤੁਸੀਂ ਉਲਝਾ ਰਹੇ ਹੋ ਸਭ। ਉਹ ਕਿਤੇ ਨਾ ਕਿਤੇ ਜਿਹੜਾ ਭੱਟੀ ਸਾਹਿਬ ਫਿਰ ਲਖੀਮਪੁਰ ਸਿਆਸਤ ਦੀ ਦਾ ਤਾਕਤ ਦਾ ਜੀ। ਨਸ਼ਾ ਜਿਹੜਾ ਉਹ ਬੋਲਦਾ। ਨਹੀਂ ਤੁਹਾਡੀ ਗੱਲ ਠੀਕ ਹੈ ਜੀ, ਤਾਕਤ ਦਾ ਨਸ਼ਾ ਬੋਲਦਾ, ਪਰ ਤਾਕਤ ਜਿਹੜੀ ਇਹਦੇ ਸਿਰ ਚੜ ਕੇ ਨਾ ਬੋਲਦੇ, ਇਹ ਮੁੜ ਕੇ ਪਹਿਲਾਂ ਕਿ ਸੇਲਵਾ ਸ਼ੁਰੂ ਹੋ ਗਈ ਤੇ ਮੁੜ ਕੇ ਕੰਟਰੋਲ ਕਰਨੀ ਔਖੀ ਹੋ ਜਾਊ। ਬਿਲਕੁਲ ਜੀ, ਸਹੀ ਗੱਲ। ਫਿਰ ਤੁਹਾਡੀ ਨਾ ਪੁਲਿਸ ਕਰ ਸਕਦੀ, ਕਿਸੇ ਵੀ ਕੁਝ ਨਹੀਂ ਕਰ ਸਕਣਾ, ਬਿਲਕੁਲ ਦੇਸ਼ ਦੀ ਬਰਬਾਦੀ ਹੋ ਜਾਊ। ਅੱਜ ਦੀ ਡੇਟ ਦੇ ਵਿੱਚ ਵੇਖੋ ਜਿਹੜੇ ਲੀਡਰ ਸੀ ਨਾ, ਪਹਿਲਾਂ ਇਹਨਾਂ ਦਾ ਸਤਿਕਾਰ ਕਿੰਨਾ ਹੁੰਦਾ ਸੀ। ਬਿਲਕੁਲ ਜੀ। ਇਹ ਜਾਣਦੇ ਸੀ, ਲੋਕੀ ਜਿਹੜੇ ਸੀ ਇਹਨਾਂ ਦੇ ਕੋਲ ਖਲੋਂਦੇ ਸੀ, ਸਤਿ ਸ੍ਰੀ ਅਕਾਲ ਬੰਦੇ, ਕਈ ਗੋਡੀਆਂ ਪੈਰੇ ਚਲਾਉਂਦੇ ਸੀ। ਹੁਣ ਜੇ ਚਮਚੇ ਗੋਡੀਆਂ ਚਲਾਉਂਦੇ, ਆਮ ਲੋਕ ਕਹਿੰਦੇ ਦਫਾ ਕਰ ਪਿਆ ਤੂੰ ਕੀ ਲਾਣਾ, ਚੋਰ ਹੈਗਾ ਜਾਂਦਾ ਜੀ, ਰਾਤੇ ਬਣ ਗਏ। ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਕਿ ਇਹੋ ਜਿਹੇ ਲੀਡਰ ਵੇਖੇ ਜਿਹੜੇ ਘਰੋਂ ਪ੍ਰਸ਼ਾਦਾ ਛੱਕ ਕੇ ਘਰੋਂ ਤੁਰ ਪੈਂਦੇ ਸੀ, ਆ ਕੇ ਘਰ ਹੀ ਪ੍ਰਸ਼ਾਦਾ ਛਕਦੇ, ਕਿਸੇ ਕੋਲ ਚਾਹ ਦਾ ਕੱਪ ਨਹੀਂ ਸੀ ਪੀਂਦੇ, ਵੀ ਨਹੀਂ ਸੇਵਾ ਕਰਨੀ ਹੈ ਜੀ। ਅੱਜ ਤੇ ਘਰੋਂ ਤੁਰਦੇ ਤੇ ਪਹਿਲਾਂ ਕਾਰ ਚ ਕਹਿੰਦੇ ਜੀ ਮੇਰੀ ਚ 1000 ਰੁਪਏ ਦਾ ਪੈਟਰੋਲ ਪਾ, ਅਗਲੀ ਗੱਲ ਫੇਰ ਕਰਦੇ ਆ। ਸਹੀ ਗੱਲ ਹੈ ਜੀ। ਫਿਰ ਰੋਟੀ ਵੀ ਖਾਣੀ ਹੈ ਤੇ ਚਾਹ ਵੀ ਪੀਣੀ, ਸਾਰੀ ਸੇਵਾ ਪਾਣੀ ਸਾਡਾ ਕਰ। ਇਹ ਹੈ ਲੀਡਰੀ, ਲੁੱਟਮਾਰ ਦੀ ਲੀਡਰੀ ਹੈਗੀ ਹੈ। ਮਤਲਬ ਜਿਹੜੀ ਸੇਲਜ਼ਮੈਨਸ਼ਿਪ ਪੰਡਿਤ ਜਵਾਹਰ ਲਾਲ ਨਹਿਰੂ ਦੇ ਟਾਈਮ ਤੇ ਸੀ, ਜਿਹੜੀ ਸਾਡੇ ਮਾਨਯੋਗ ਆਪਣੇ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਤੇ ਸੀ, ਜਸਟਿਸ ਗੁਰਨਾਮ ਸਿੰਘ ਟਾਈਮ ਚ ਸੇਲਜ਼ਮੈਨਸ਼ਿਪ ਛੱਡ ਗਈ, ਖਤਮ ਹੋ ਗਈ। ਹੁਣ ਇੰਡਸਟਰੀ ਬਣ ਗਈ ਸਿਆਸਤ ਦੀ, ਬਿਲਕੁਲ ਕਮਾਈ ਦਾ ਸਾਧਨ ਬਣ ਗਿਆ, ਕਮਾਈ ਕੁਝ ਨਹੀਂ ਕਰ ਸਕਦੇ। ਇਸ ਕਰਕੇ ਜਿਹੜੇ ਆਗੂ ਨੇ ਸਾਡੇ ਅਕਾਲੀ ਆਗੂ, ਤਜਿੰਦਰ ਸਿੰਘ ਵਿਰਕ ਜਿਹੜਾ ਵਾ, ਇਹਨਾਂ ਦੇ ਸਿਰ 'ਚ ਸੱਟ ਲੱਗੀ ਸੀਗੀ। ਲਖੀਮੀਰਪੁਰ ਦੇ ਹਸਪੀਟਲ ਨੇ ਕਹਿਤਾ ਵੀ ਸਾਡੇ ਕੋਲ ਇਲਾਜ ਨਹੀਂ, ਮਦਾਤਲ ਹੈ ਜੋ ਹੋਰ ਕਿਤੇ ਇਹਦਾ ਇਲਾਜ ਨਹੀਂ ਹੁੰਦਾ। ਉਹਨਾਂ ਦਾ ਆਪਰੇਸ਼ਨ ਹੋ ਗਿਆ, ਆਪਰੇਸ਼ਨ ਕਾਮਯਾਬ ਹੋ ਗਿਆ। ਉਸ ਫੁਰਤੀ ਨੇ ਮਾੜੀ ਮੋਟੀ ਗੱਲ ਵੀ ਕਰਦੇ ਨੇ। ਬਕਾਇਦਾ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ, ਮਨਜਿੰਦਰ ਸਿੰਘ ਸਿਰਸਾ ਜਿਹੜੇ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਦੇ, ਉਹ ਸਾਰੇ ਜਿਹੜੇ ਬਕਾਇਦਾ ਪਤਾ ਲੈਣਗੇ ਜੀ। ਪਤਾ ਲੈਣ ਤੋਂ ਬਾਅਦ ਦੇ ਵਿੱਚ ਜਿਹੜੇ ਚੰਦੂ ਮਾਜਰਾ ਕਹਿੰਦੇ ਨੇ ਵੀ ਇਹਨਾਂ ਦੇ ਇਲਾਜ ਦਾ ਖਰਚਾ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਦਿੱਲੀ ਕਮੇਟੀ ਸਾਰੇ ਰਲ ਕੇ ਚੁੱਕਣਗੇ ਜੀ। ਪਹਿਲੀ ਗੱਲ ਤੇ ਚੰਦੂ ਮਾਜਰਾ ਸਾਹਿਬ, ਨਾ ਤੁਸੀਂ ਕੋਈ ਮੈਂਬਰ ਨਾ ਕੋਈ ਅਹੁਦੇਦਾਰ, ਤੁਸੀਂ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ 'ਚ ਨਹੀਂ ਜੀ। ਇਸ ਕਰਕੇ ਤੁਸੀਂ ਆਪਣੇ ਅਕਾਲੀ ਦਲ ਨੂੰ ਜੋ ਮਰਜ਼ੀ ਸੇਵਾ ਕਰੋ, ਤੁਸੀਂ ਅਨਾਉਂਸਮੈਂਟ ਕਰਦੇ ਹੋ, ਗਲਤ ਕਰ ਰਹੇ ਹੋ ਜੀ। ਸਾਡੇ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਅਸੀਂ ਤੇ ਵੇਖੋ ਜੀ ਐਸਜੀਪੀਸੀ ਦੇ ਦਿੱਲੀ ਵਿੱਚ ਇੰਟਰਫੀਅਰ ਨਹੀਂ ਕਰਦੇ, ਲੇਕਿਨ ਜਿੱਦਣ ਪ੍ਰਧਾਨ ਦੀ ਚੋਣ ਹੁੰਦੀ ਹੈ ਪਹਿਲਾਂ ਇੱਕ ਦਿਨ ਅਧਿਕਾਰ ਉਸ ਪ੍ਰਧਾਨ ਉੱਤੇ ਜਾਂਦੇ ਆ। ਅੰਮ੍ਰਿਤਧਾਰੀ ਪ੍ਰਧਾਨ ਦੀ ਚੋਣ ਇੱਕ ਗੈਰ ਅੰਮ੍ਰਿਤਧਾਰੀ ਪ੍ਰਧਾਨ ਕਰੇਗਾ ਚੋਣ, ਤੇ ਕਿਹਨੇ ਪ੍ਰਧਾਨ ਬਣਨਾ, ਕਿਹਨੇ ਸੀਨੀਅਰ ਵਾਈਸ ਪ੍ਰਧਾਨ ਬਣਨਾ, ਕਿਹਨੇ ਮੀਤ ਪ੍ਰਧਾਨ ਬਣਨਾ, ਕਿਹਨੇ ਜਨਰਲ ਸੈਕਟਰੀ ਬਣਨਾ, ਕਿਹਨੇ ਮੈਂਬਰ ਐਗਜ਼ੈਕਟਿਵ ਮੈਂਬਰ ਬਣਨਾ। ਤੇ ਚੰਦੂ ਮਾਜਰਾ ਨੇ ਅਨਾਉਂਸ ਕੀਤਾ, ਚੰਗੀ ਗੱਲ। ਅਸੀਂ ਤੇ ਕਹਿੰਦੇ ਵੀ ਤੁਸੀਂ ਇਹਨਾਂ ਦੀ, ਬਾਕੀ ਜੇ ਕੋਈ ਫੱਟੜ ਹੈਗੇ ਤਾਂ ਉਹਨਾਂ ਦਾ ਵੀ ਇਲਾਜ ਜਿਹੜਾ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਕਰਾਵੇ, ਚੰਗੀ ਗੱਲ, ਸੇਵਾ ਕਰਨ ਫਰਜ਼ ਬਣਦਾ। ਲੇਕਿਨ ਉਹਨਾਂ ਦੀ ਕਿਹਾ ਵੀ ਜਲਦੀ ਜਿਹੜੀ ਉਹਨਾਂ ਦੀ ਗੱਲਬਾਤ ਵੀ ਹੋਈ ਹੈ ਮਾੜੀ ਮੋਟੀ, ਵਿਰਕ ਸਾਹਿਬ ਨੇ ਕਿਹਾ ਜੀ ਮੈਂ ਕਾਫੀ ਠੀਕ ਹਾਂ, ਆਪਰੇਸ਼ਨ ਮੇਰਾ ਹੋ ਗਿਆ, ਜਲਦੀ ਉਹ ਸ਼ਾਇਦ ਘਰ ਠੀਕ ਹੋ ਕੇ ਆਪਣੇ ਘਰ ਆ ਜਾਣਗੇ, ਚੰਗੀ ਗੱਲ ਆ। ਲੇਕਿਨ ਮੇਰਾ ਇਹ ਅੰਦਾਜ਼ਾ ਵੀ ਬਣਾਇਆ ਗਿਆ ਸੀ ਵਿਰਕ ਸਾਹਿਬ ਨੂੰ ਉਹਨਾਂ ਨੇ ਟਾਰਗੇਟ, ਤੇ ਉਸ ਟਾਰਗੇਟ ਵਿੱਚ ਬਾਕੀ ਬੰਦੇ ਵੀ ਅੱਗੇ ਤੇ 4 ਕਿਸਾਨ ਮਾਰੇ ਗਏ ਜੀ। ਬਿਲਕੁਲ। ਲਖੀਮਪੁਰ ਕਾਂਡ ਬਾਰੇ ਕੈਪਟਨ ਤੇ ਸੁਖਬੀਰ ਬਾਦਲ ਦੀ ਚੁੱਪ ਕਈ ਪ੍ਰਕਾਰ ਦੇ ਸੰਕੇਤ ਦੇ ਰਹੀ ਹੈ ਜੀ, ਇਹਦੇ ਬਾਰੇ ਕੀ? ਬਿਲਕੁਲ ਜੀ ਬਿਲਕੁਲ, ਅਜੇ ਤੱਕ ਕੈਪਟਨ ਸਾਹਿਬ ਨੇ ਕੋਈ ਬਿਆਨ ਹੀ ਨਹੀਂ ਹੈ, ਨਾ ਹੱਕ 'ਚ ਨਾ ਖਿਲਾਫ ਹੈ। ਸੁਖਬੀਰ ਸਿੰਘ ਬਾਦਲ ਜਿਹੜੇ ਮਿੰਟੋ ਮਿੰਟੀ ਕਹਿੰਦੇ ਸੀ ਆਪਣੀ ਕਮੇਟੀ ਭੇਜਾਂਗੇ ਉੱਥੇ ਪਤਾ ਕਰਕੇ ਆਏਗੀ, ਉਹਨੂੰ ਵੀ ਉਹੀ ਚੁੱਪ ਦੇ ਉੱਤੇ ਗੱਲ ਹੀ ਕੋਈ ਨਹੀਂ ਕੀਤੀ ਉਹਨੇ। ਇਹਦਾ ਮਤਲਬ ਕਿਤੇ ਨਾ ਕਿਤੇ ਬੀਜੇਪੀ ਦੇ ਆਗੂਆਂ ਨਾਲ ਸੈਟਿੰਗ ਹੈਗੀ ਆ, ਭਾਈ ਅਸੀਂ ਤੁਹਾਡੇ ਖਿਲਾਫ ਬਿਲਕੁਲ ਨਹੀਂ ਬੋਲਾਂਗੇ ਜੀ। ਤੁਹਾਨੂੰ ਪਤਾ ਹੋਏਗਾ ਜਿੱਦਣ ਜਾ ਕੇ ਦਿੱਲੀ ਰੈਲੀ ਕੀਤੀ ਹੈ ਤੇ ਅਗਲੇ ਦਿਨ ਬਕਾਇਦਾ ਤੌਰ ਤੇ ਉੱਥੇ ਬੋਲਦਿਆਂ ਹੋਇਆ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀਗਾ
ਕਹਿੰਦੇ ਜੀ ਅਸੀਂ ਦਿੱਲੀ ਦਾ ਬਾਰਡਰ ਕ੍ਰਾਸ ਕਰਨ ਲੱਗੇ ਤੇ ਪੁਲਿਸ ਮਿੰਟ 'ਚ ਰੋਕ ਲਈ ਸਾਨੂੰ ਜੀ ਵੀ ਨਹੀਂ ਜਾਣਾ। ਇਹਨਾਂ ਦੇ ਇੰਨੇ ਬੰਦੇ ਉੱਥੋਂ ਕਿੱਥੇ ਚਲੇ ਗਏ? ਫਿਰ ਜੇ ਇਹ ਗਿਆ ਤੇ ਇਹਨਾਂ ਨੇ ਕੋਈ ਨਾਰਾ ਦਿੱਲੀ ਸਰਕਾਰ ਦੇ ਖਿਲਾਫ ਨਹੀਂ ਲਾਇਆ, ਕੋਈ ਬੀਜੇਪੀ ਦੇ ਖਿਲਾਫ ਨਹੀਂ ਲਾਇਆ। ਫਿਰ ਇਹਨਾਂ ਦੇ ਬੰਦਿਆਂ ਦੇ ਹੱਥ ਵਿੱਚ ਕੋਈ ਕਿਸਾਨੀ ਦਾ ਝੰਡਾ ਨਹੀਂ ਸੀ, ਕਿਸਾਨੀ ਦੇ ਹੱਕ 'ਚ ਨਹੀਂ ਲਾਇਆ। ਜੀ ਤੁਸੀਂ ਆਪਣੀ ਜਿਹੜੀ ਸ਼ਕਤੀ ਪ੍ਰਦਰਸ਼ਨ ਕਰਕੇ ਆ ਗਏ ਹੋ, ਦੱਸੋ ਤੁਸੀਂ ਕਿਸਾਨਾਂ ਦਾ ਕੀਤਾ ਕੀ ਹੈ? ਇਸ ਕਰਕੇ ਕਿਤਨਾ ਕਿਤੇ ਅੰਡਰਸਟੈਂਡਿੰਗ ਲੱਗਦੀ ਹੈ। ਜਿਹੜੇ ਅਜੇ ਤੱਕ ਕੈਪਟਨ ਸਾਹਿਬ ਦੀ ਬੋਲੇ, ਸੁਖਬੀਰ ਸਿੰਘ ਬਾਦਲ ਜੇ ਬੋਲੇ ਵੀ ਜਿਵੇਂ ਆਨੇ ਹੁੰਦੇ ਵੀ ਉੱਤੋਂ ਮਾੜਾ ਮੋਟਾ ਬੋਲ ਕੇ ਕੰਮ ਨਿਬੇੜਤਾ ਹੁੰਦਾ ਨਾ, ਹੁਣ ਇਹਦੇ ਕਰਕੇ ਇਸ ਕਰਕੇ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਇਹਨਾਂ ਦੀ ਅੰਡਰਸਟੈਂਡਿੰਗ ਅੰਦਰ ਖਾਤੇ ਹੋ ਗਈ ਹੈ ਬੀਜੇਪੀ ਨਾਲ ਕਿ ਭਾਈ ਜੇ ਕੱਲ ਨੂੰ ਕਿਸਾਨਾਂ ਦਾ ਸਮਝੌਤਾ ਹੁੰਦਾ ਤੇ ਫਿਰ ਆਪਣਾ ਫਿਰ ਗੱਠੜ ਪੱਕਾ। ਆਪਾਂ ਤੇ ਆਰਜੀ ਤੌਰ ਤੇ ਵੱਖੋ ਵੱਖਰੇ ਹੋਏ ਆ, ਫਿਰ ਇਕੱਠੇ ਹੋ ਜਾਵਾਂਗੇ ਆਪਾਂ। ਤੇ ਕੈਪਟਨ ਸਾਹਿਬ ਵੀ 2 ਵਾਰੀ ਮਿਲੇ, ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਮਿਲੇ ਆ। ਲੇਕਿਨ ਜਿਹੜੀ ਗੱਲ ਲੋਕ ਕਹਿ ਰਹੇ ਉਹ ਪੋਸੀਬਲ ਨਹੀਂ ਕਿ ਕੈਪਟਨ ਸਾਹਿਬ ਰਾਹੀਂ ਜਿਹੜਾ ਕਿਸਾਨ ਦਾ ਮਸਲਾ ਹੱਲ ਕਰਕੇ ਤੇ ਕੈਪਟਨ ਸਾਹਿਬ ਹੀਰੋ ਬਣ ਜਾਣਗੇ। ਬਿਲਕੁਲ ਗਲਤ ਗੱਲ। ਨਾ ਉਹਨਾਂ ਨੇ ਹੀਰੋ ਬਣ ਦੇਣਾ ਨਾ ਬਣਾਉਣਾ। ਉਹ ਕੈਪਟਨ ਸਾਹਿਬ ਹੀਰੋ ਕਿਉਂ ਬਣਾਉਣਗੇ? ਉਹ ਕਿਸੇ ਆਪਣੇ ਬੰਦੇ ਨੂੰ ਬਣਾਉਣਗੇ, ਆਪ ਬਣਨਗੇ ਹੀਰੋ ਕਿਉਂ ਬਣਾਉਣਗੇ ਇਹਨਾਂ ਨੂੰ? ਇਸ ਕਰਕੇ ਜਿਹੜੀ ਇਸ ਵਾਲੀ ਗੱਲ ਹੈ ਇਹਨਾਂ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਵੀ ਜਿਹੜੇ ਉੱਥੇ ਲੋਕ ਮਾਰੇ ਗਏ ਨੇ, ਕਿਸਾਨ ਉੱਥੇ ਗਏ ਨੇ, ਵੋਟਾਂ ਲਾ ਕੇ ਬੈਠੇ ਨੇ, ਉਹਨਾਂ ਦੇ ਹੱਕ 'ਚ ਖਿਲਾਫ ਆਪਣੀ ਸਥਿਤੀ ਸਪਸ਼ਟ ਕਰ। ਉੱਥੇ ਪਤਾ ਲੈਣ ਜਾਣਗੇ ਕਿ ਨਹੀਂ ਜਾਣਗੇ। ਜੇ ਹੁਣ ਕਹਿਤਾ ਵੀ ਇੱਕ ਪਾਰਟੀ ਦੇ 5 ਬੰਦੇ ਜਾ ਸਕਦੇ ਆ, ਚੱਲਿਓ ਤੁਸੀਂ ਆਪਣੀ 5 ਬੰਦੇ ਲੈ ਕੇ ਜਾਓ। ਸੁਖਬੀਰ ਸਿੰਘ ਬਾਦਲ ਆਪ ਜਾਵੇ, ਉੱਥੇ ਕਿਉਂ ਨਹੀਂ ਜਾਂਦੇ? ਬਿਲਕੁਲ। ਇੰਗਲੈਂਡ ਦੇ ਸੰਸਦ ਮੈਂਬਰ ਨੇ ਜੀ ਤਨਮਨਜੀਤ ਸਿੰਘ ਢੇਸੀ, ਲਖੀਮਪੁਰ ਕਾਂਡ ਦੀ ਉਹਨਾਂ ਨੇ ਇੰਗਲੈਂਡ 'ਚ ਬੈਠਿਆਂ ਨੇ ਨਿਖੇਧੀ ਕੀਤੀ ਹੈ ਤੇ ਇੱਥੋਂ ਬੈਠੇ ਵਾਲੇ ਚੁੱਪ ਆ। ਕੀ ਕਹਿਣਾ ਚਾਹੋਗੇ? ਤਨਮਨਜੀਤ ਸਿੰਘ ਢੇਸੀ ਸੰਸਦ ਮੈਂਬਰ ਨੇ ਜੀ, ਧੜੱਲੇਦਾਰ ਸੰਸਦ ਮੈਂਬਰ ਨੇ, ਪੂਰੀ ਗੁਰਸਿੱਖੀ 'ਚ ਪੱਕੇ ਨੇ, ਦਸਤਾਰ ਬੰਨ੍ਹ ਕੇ ਸੰਸਦ ਜਾਂਦੇ, ਆਪਣੀ ਗੱਲ ਜਿਹੜੀ ਬੜੀ ਡਿਟੇਲ ਰੱਖਦੇ। ਇਸ ਗੱਲ ਦਾ ਮਾਣ ਆ ਵੀ 2 ਬੰਦੇ ਤਨਮਨਜੀਤ ਸਿੰਘ ਢੇਸੀ ਜਿਹੜੀ ਉਹ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਤੇ ਕੈਨੇਡਾ ਦੀ ਪਾਰਲੀਮੈਂਟ ਸਾਡੇ ਜਿਹੜੇ ਦੂਸਰੇ ਵਿਰੋਧੀ ਦੇ ਜਗਮੀਤ ਸਿੰਘ ਜੀ, ਸੱਜਣ ਹਰਜੀਤ ਸਿੰਘ ਸੱਜਣ ਹੋਰੀ, ਕਿਹੋ ਜਿਹੇ ਬੰਦੇ ਸਾਡੇ ਵੇਖੋ ਗੁਰਸਿੱਖ ਪੂਰੇ ਹੈਗੇ, ਅੰਮ੍ਰਿਤਧਾਰੀ ਹੈਗੇ, ਗਾਤਰੇ ਤੋਂ ਨਹੀਂ ਪਾਏ ਨੇ ਵੀ ਅਸੀਂ ਵੇਖੋ ਜੀ ਸਿੱਖ ਅਸਲੀ ਆਏ ਜੀ। ਉਹਨਾਂ ਲੋਕਾਂ ਨੇ ਬਕਾਇਦਾ ਤੌਰ ਤੇ ਇਸ ਕਾਂਡ ਦੀ ਡਟ ਕੇ ਨਿਖੇਧੀ ਕੀਤੀ ਹੈ ਤੇ ਨਾਲ ਕਿਹਾ ਕਿਸਾਨਾਂ ਨੂੰ ਭਾਈ ਤੁਹਾਡੇ ਮੋਰਚਾ ਬਿਲਕੁਲ ਸ਼ਾਂਤਮਈ ਚੱਲ ਰਿਹਾ, ਤੁਹਾਡੇ ਸ਼ਾਂਤਮਈ ਮੋਰਚੇ ਦੀ ਸਪੋਰਟ ਕਰਦੇ ਅਸੀਂ ਜੀ। ਉਹਨਾਂ ਨੇ ਨਿਖੇਧੀ ਵੀ ਕੀਤੀ ਹੈ ਤੇ ਸਪੋਰਟ ਵੀ ਕੀਤੀ ਹੈ। ਇੱਥੋਂ ਦੀ ਸਰਕਾਰ ਨੂੰ ਵੀ ਕਹੀ ਵੀ ਦੋਸ਼ੀਆਂ ਨੂੰ ਬਿਲਕੁਲ ਬਿਨਾਂ ਕਿਸੇ ਦੇਰੀ ਤੋਂ ਫੜ ਕੇ ਅੰਦਰ ਦਿੱਤਾ ਜਾਵੇ। ਕੱਲ ਨੂੰ ਪੋਸੀਬਿਲਿਟੀ ਆ ਵੀ ਉਹਨਾਂ ਦੀ ਸੰਸਦ ਵਿੱਚ ਹੀ ਮੈਟਰ ਆ ਸਕਦਾ, ਉਹ ਲਿਆ ਸਕਦੇ, ਉੱਤੇ ਮਤਾ ਪਾਸ ਕੀਤਾ ਜਾ ਸਕਦਾ ਨਿਖੇਧੀ ਸਰਕਾਰ ਦੇ ਖਿਲਾਫ ਹੀ ਇਹਨੇ ਪ੍ਰੋਪਰ ਕਾਰਵਾਈ ਨਹੀਂ ਕੀਤੀ। ਇਸ ਕਰਕੇ ਤਨਮਨਜੀਤ ਸਿੰਘ ਢੇਸੀ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੂੰ ਆਪਣੇ ਪੇਕਿਆਂ ਦਾ ਜਿਹੜਾ ਵਾ ਇੱਡੀ ਦੂਰ ਜਾ ਕੇ ਫਿਕਰ ਯਾਦ ਰੱਖਦੇ ਹੋ ਇਸ ਗੱਲ ਨੂੰ। ਉਹ ਜਦੋਂ ਵੀ ਕਿਤੇ ਪੰਜਾਬ ਤੇ ਕੋਈ ਭੀੜ ਬਣਦੀ ਆ, ਪੰਜਾਬੀਆਂ ਤੇ ਭੀੜ ਬਣਦੀ ਆ, ਉਹ ਬਕਾਇਦਾ ਤੌਰ ਤੇ ਆਪਣੀ ਜਿਹੜੀ ਸੀ ਆਵਾਜ਼ ਬੁਲੰਦ ਜ਼ਰੂਰ ਕਰਦੇ ਨੇ ਜੀ। ਬਿਲਕੁਲ। ਪੱਟੀ ਸਾਹਿਬ, ਛੱਤੀਸਗੜ੍ਹ ਦੇ ਮੁੱਖ ਮੰਤਰੀ ਲਖੀਮਪੁਰ ਜਾਣਾ ਚਾਹੁੰਦੇ ਨੇ, ਪੁਲਿਸ ਰੋਕ ਲੈਂਦੀ ਹੈ ਤੇ ਉਹ ਧਰਨੇ ਤੇ ਬੈਠ ਜਾਂਦੇ ਨੇ। ਵੇਖੋ ਜੀ, ਕੱਲ ਉਹਨਾਂ ਨੇ ਇੰਨੀ ਗੱਲ ਕਹੀ ਜਦੋਂ ਉਹ ਲਖਨਊ ਏਅਰਪੋਰਟ ਤੋਂ ਬਾਹਰ ਨਿਕਲੇ, ਉਹਨਾਂ ਕਿਹਾ ਤੁਸੀਂ ਅੱਗੇ ਨਹੀਂ ਜਾ ਸਕਦੇ। ਕਹਿੰਦੇ ਕਿਉਂ ਨਹੀਂ ਜਾ ਸਕਦੇ? ਕਹਿੰਦੇ ਬਿਲਕੁਲ ਜੀ, ਸਾਨੂੰ ਹੁਕਮ ਤੁਸੀਂ ਜਾ ਸਕਦੇ ਹੋ। ਕਹਿੰਦਾ ਚੰਗਾ ਬਹਿ ਜਾਣਾ ਇੱਥੇ। ਉੱਥੇ ਸੜਕ ਤੇ ਧਰਨੇ ਤੇ ਬਹਿ ਗਏ, ਘੇਰੇ ਘੇਰੇ ਪੁਲਿਸ ਥਾਣੇ ਖਲੋਤੇ ਤੇ ਮੁੱਖ ਮੰਤਰੀ ਸੜਕ ਤੇ ਭੁੱਜੇ ਬੈਠਾ ਵਾ ਜੀ। ਉਹ ਕਹਿੰਦਾ ਭਾਈ ਮੈਂ ਕਿਤੇ ਨਹੀਂ ਜਾਂਦਾ, ਮੈਂ ਲਖਮੀਰਪੁਰ ਨਹੀਂ ਜਾਣਾ, ਕਿਤੇ ਨਹੀਂ ਜਾਣਾ, ਮੈਨੂੰ ਤੁਸੀਂ ਇੱਥੇ ਜਿਹੜੇ ਕਾਂਗਰਸ ਤੋਂ ਤਾਂ ਛੱਡੋ ਜੀ। ਮੈਂ ਉੱਥੇ ਪ੍ਰੈਸ ਕਾਨਫਰੰਸ ਹੋਣ ਕਰਦਾ, ਤੂੰ ਕਹਿੰਦੇ ਤੁਸੀਂ ਜਾ ਹੀ ਸਕਦੇ ਅੱਗੇ, ਤੇ ਹੁਕਮ ਨਹੀਂ ਤੁਹਾਨੂੰ ਉੱਥੇ ਜਾਣ ਦਾ, ਤੁਸੀਂ ਇੱਥੋਂ ਵਾਪਸ ਚੱਲ ਜਾਓ। ਉਹ ਕਹਿੰਦੇ ਮੈਂ ਬੈਠਾ ਇੱਥੇ, ਮੈਂ ਨਹੀਂ ਜਾਂਦਾ ਜੀ। ਅੱਜ ਰਾਹੁਲ ਗਾਂਧੀ ਤੇ ਚੰਨੀ ਜੀ ਬਕਾਇਦਾ ਤੌਰ ਤੇ ਲਖਨਊ ਗਏ। ਪਹਿਲਾਂ ਉਹ ਲਖਨਊ ਏਅਰਪੋਰਟ ਤੇ ਬੈਠੇ ਰਹੇ, ਨਹੀਂ ਬਾਹਰ ਨਿਕਲ ਦਿੱਤਾ ਗਿਆ। ਮੁੜ ਕੇ ਉੱਤੋਂ ਹੁਕਮ ਆ ਗਏ ਵੀ 5 ਬੰਦੇ ਜਾਣ ਦਿਓ ਹਰ ਪਾਰਟੀ ਜੀ। ਫਿਰ ਉਹਨਾਂ ਨੂੰ ਜਿਹੜਾ ਸੀ ਜਾਣ ਦਿੱਤਾ ਤੇ ਪ੍ਰਿੰਕਾ ਗਾਂਧੀ ਨੂੰ ਰਿਹਾਅ ਕਰਤਾ ਤੇ ਰਸਤੇ ਚ ਉਹਨੂੰ ਲੈ ਲਿਆ ਹੋਊਗਾ ਵੀ ਬੀਬੀ ਅਚਦੀ ਆਪਾਂ ਜੀ। ਪ੍ਰਿੰਕਾ ਗਾਂਧੀ, ਪੇਸ਼ ਬਘੇਲ, ਰਾਹੁਲ ਗਾਂਧੀ, ਵੇਨੂ ਗੋਪਾਲ ਤੇ ਚੰਨੀ,
ਇਹ 5 ਬੰਦਿਆਂ ਦਾ ਡੈਪੂਟੇਸ਼ਨ ਉਹਨਾਂ ਪਰਿਵਾਰਾਂ ਨੂੰ ਜਾ ਕੇ ਜਿਹੜਾ ਅਸੀਂ ਜਾ ਕੇ ਅਫਸੋਸ ਪ੍ਰਗਟ ਜਾਣਾ, ਜਿਹੜਾ ਸੀ ਹਮਦਰਦੀ ਪ੍ਰਗਟ ਜਾਣਾ ਸੀ 5 ਬੰਦਿਆਂ ਨੇ, ਤੇ ਬਾਕੀ ਪਾਰਟੀ ਨੇ ਕਹਿਤਾ ਵੀ 5 ਬੰਦੇ ਜਾ ਸਕਦੇ, ਵੱਧ ਨਹੀਂ ਜਾ ਸਕਦੇ। ਲੇਕਿਨ ਇਸ਼ੂ ਜਿਹੜਾ ਸੀ ਪ੍ਰਿੰਕਾ ਗਾਂਧੀ ਦਾ, ਉਹ ਇੰਟਰਨੈਸ਼ਨਲ ਲੈਵਲ ਤੇ ਇਸ਼ੂ ਉੱਠਿਆ ਵੀ ਇੱਕ ਔਰਤ ਨੂੰ ਜਿਹੜਾ ਸੀ ਫੜ ਕੇ ਧੱਕੇ ਮਾਰ ਕੇ ਜਿਹੜਾ ਸੀ ਉਹ ਬੰਦ ਕੀਤਾ ਜੀ। ਉਹਦੀ ਕਾਫੀ ਰੌਲਾ ਪਾਈ, ਉਹਦਾ ਕਾਫੀ ਜਿਹੜੀ ਭਰਪਾਈ ਕਰਨੀ ਜਿਹੜੀ ਉੱਥੋਂ ਮੁਸ਼ਕਲ ਹੋ ਜਾਏਗੀ, ਜਿੰਨਾ ਕਿ ਨੁਕਸਾਨ ਇਹਨੂੰ ਤਾਂ ਹੋ ਚੁੱਕਾ ਉੱਥੇ ਬੀਜੇਪੀ ਦਾ, ਉੱਥੇ ਯੂਪੀ ਦੇ ਵਿੱਚ ਜੀ। ਦਿੱਲੀ ਕਮੇਟੀ ਦੇ 32 ਮੈਂਬਰ ਵੀ ਕਹਿੰਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਾਂਗੇ ਜੀ, ਕੀ ਹੈ ਇਸ ਮੁਲਾਕਾਤ ਦੇ ਇਹ ਪਿੱਛੇ? ਵੇਖੋ ਜੀ ਸਰਸਾ ਸਾਹਿਬ, ਤੁਹਾਨੂੰ ਪਤਾ ਵੀ ਮੈਂ ਕਹਾਂ ਵੀ ਜੇ ਇਹਨਾਂ ਨੂੰ ਨਹੀਂ ਚਾਹੀਦਾ ਵੀ ਜਿਸ ਸੀਟ ਤੇ ਤੁਸੀਂ ਬੈਠੇ ਉੱਥੇ ਬਹਿ ਕੇ ਜਿਹੜਾ ਸੱਚ ਦਾ ਉਪਦੇਸ਼ ਦਿਓ, ਝੂਠ ਕਿਉਂ ਬੋਲੇ ਜਾਂਦੇ ਜੀ। ਪਹਿਲੀ ਗੱਲ ਤਾਂ ਤੁਸੀਂ 32 ਮੈਂਬਰਾਂ ਦੀ ਗੱਲ ਕਰਦੇ ਹੋ ਤੇ 19 ਮੈਂਬਰ ਤੇ ਜਿਹੜੇ 48 ਦੇ ਵਿੱਚੋਂ ਸਰਨੇ ਹੋ ਰਹੀ ਹੈ ਜੀ, ਤੇ ਤੁਹਾਡੇ 32 ਕਿਵੇਂ ਰਹਿ ਗਏ? ਤੁਸੀਂ 2 ਮੈਂਬਰ ਆਪਣੇ ਬਦੋ-ਬਦੀ ਚੁਣੇ ਜਾਂਦੇ ਵੀ ਜਿਹੜੇ ਉਹ ਘੜੇ 'ਚ ਪਰਚੀ ਲੋਟਰੀ ਕੱਢੀ ਹੈ, ਉਹ ਲੋਟਰੀ ਕੱਢੀ ਦੀ ਪਰਚੀ ਦਾ ਫੈਸਲਾ ਹੀ ਨਹੀਂ ਹੋਇਆ, ਇੱਥੇ ਐਸਡੀ ਨੇ ਰਿਪੋਰਟ ਨਹੀਂ ਦਿੱਤੀ ਆਪਣੀ ਕੋਈ ਉਹਦੇ 'ਚ ਜੀ। ਤੇ ਸਰਸਾ ਸਾਹਿਬ ਅਜੇ ਅਦਾਲਤ ਦੇ ਘੇਰੇ ਦੇ ਵਿੱਚ ਹੈ, ਉਹਨਾਂ ਦੀ 8 ਤਰੀਕ ਪਈ ਹੈ। 8 ਤਰੀਕ ਨੂੰ ਜੇ ਉਹਨਾਂ ਨੂੰ ਨਹੀਂ ਉਹਨਾਂ ਦੇ ਹੱਕ ਜਾਂਦੀ ਤੇ ਫਿਰ ਮੇਰੀ ਉਮੀਦ ਆ ਵੀ ਉਹਨਾਂ ਦੀ ਮੈਂਬਰੀ ਖਾਰਜ ਹੋ ਜਾਏਗੀ ਜੀ। ਕਿਉਂਕਿ ਜਿਹੜੇ ਇੱਕ ਪ੍ਰਧਾਨ ਨੂੰ ਵੇਖੋ ਬਰਾੜ ਸਾਹਿਬ, ਜਿਹੜੀ ਰਹਿਤ ਮਰਿਆਦਾ ਸਾਡੀ ਹੈਗੀ ਹੈ ਨਾ, ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਵੀ ਇੱਕ ਅੰਮ੍ਰਿਤਧਾਰੀ ਜਿਹੜਾ ਸਿੱਖ ਆ ਉਹਦੇ ਲਈ 5 ਬਾਣੀਆਂ ਦਾ ਰੋਜ਼ ਪਾਠ ਕਰਨਾ ਜ਼ਰੂਰੀ ਹੈ ਜੀ। ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੇ ਜਿਹੜੀ ਪਟੀਸ਼ਨ ਪਾਈ ਹੈ ਦਿੱਲੀ ਹਾਈ ਕੋਰਟ ਦੀ, ਉਹਦੇ 'ਚ ਲਿਖਿਆ ਜੀ ਜਿਹੜਾ ਪ੍ਰਧਾਨ ਆ ਜਾਂ ਮੈਂਬਰ ਦੇ ਵਾਸਤੇ ਪੰਜਾਬੀ ਪੜ੍ਹਨੀ ਤੇ ਪੰਜਾਬੀ ਲਿਖਣੀ ਤੇ ਪੰਜਾਬੀ ਆਉਣੀ ਜ਼ਰੂਰੀ ਨਹੀਂ ਕੋਈ ਹੈਗੀ ਜੀ। ਤੇ ਫਿਰ ਬੀਬੀ ਜੀ ਆ ਜਿਹੜੀਆਂ ਤੁਸੀਂ ਛਾਪ ਰਹੇ ਹੋ ਰਹਿਤ ਮਰਿਆਦਾ, ਇਹਨਾਂ ਦੀ ਕੀ ਲੋੜ ਆ? ਛੱਡ ਦਿਓ ਖੜਾ ਇਹਨਾਂ ਦਾ ਤੁਸੀਂ। ਮਤਲਬ ਜੇ ਤੁਸੀਂ ਕੋਈ ਗੱਲ ਲਿਖਣ ਲੱਗੇ ਹੋ ਤੇ ਸੋਚ ਲਓ ਲਿਖ ਤੁਸੀਂ ਕੀ ਰਹੇ ਹੋ। ਅਗਲੇ ਉਸੇ ਰਹਿਤ ਮੇਰਾ ਪੇਸ਼ ਕਰਤੀ ਆ, ਵੇਖੋ ਜੀ ਕੀ ਲਿਖਿਆ ਇਹਨਾਂ ਜੀ। ਚੈਲੰਜ ਉਹਨੂੰ ਕੀਤਾ ਸੀ ਬਕਾਇਦਾ ਤੌਰ ਤੇ ਨਰਿੰਦਰ ਸਿੰਘ ਨੂੰ, ਜਿਹੜਾ ਇਹਨਾਂ ਦਾ ਦਾਨਿਸ਼ ਦਾ ਜਿਹੜਾ ਹੈਗਾ ਉੱਥੇ ਐਸਡੀਐਮ ਲੈਵਲ ਦਾ ਬੰਦਾ ਜਾਂ ਏਡੀਸੀ ਲੈਵਲ ਦਾ ਬੰਦਾ ਹੁੰਦਾ ਵਾ, ਉਹਨੇ ਬਕਾਇਦਾ ਤੌਰ ਤੇ ਹਾਈ ਕੋਰਟ ਦੇ ਆਦੇਸ਼ਾਂ ਤੇ ਟੈਸਟ ਲਿਆ ਸੀਗਾ। ਟੈਸਟ ਕਰਨ ਵਾਸਤੇ ਜਿਹੜੀ ਪੰਜਾਬੀ ਅਕੈਡਮੀ ਉੱਥੋਂ 2 ਟੀਚਰਸ ਬਣਾਈਆਂ ਗਈਆਂ ਸੀ, ਉਹਨਾਂ ਟੈਸਟ ਲਿਆ ਸੀ ਜਿਨ੍ਹਾਂ ਨੂੰ 47 ਸ਼ਬਦ ਲਿਖੇ ਤੇ ਵਿੱਚੋਂ 27 ਲਫ਼ਜ਼ ਗਲਤ ਲਿਖੇ ਗਏ ਸਰਸਾ ਸਾਹਿਬ ਜੀ। ਉਹਨਾਂ ਇਹਨਾਂ ਨੂੰ ਡਿਸਕੁਆਲੀਫਾਈ ਕਰਤਾ ਵੀ ਤੁਸੀਂ ਨਹੀਂ ਜਿਹੜੇ ਉਹ ਮੈਂਬਰ ਬਣ ਸਕਦੇ। ਉਹਨਾਂ ਨੂੰ ਕਹਿੰਦੇ ਇਹ ਕਰਪਟ ਆ, ਇਹ ਦਾੜੀ ਕੱਟਦਾ, ਇਹ ਗੰਦਾ ਵਾ, ਬੰਦਾ ਵਾ, ਉਹਦੇ ਗਾਲ ਵੀ ਇਹ ਪਏ। ਇੱਕ ਦਿਨ ਤੁਹਾਨੂੰ ਪਤਾ ਹੈ ਜਿੱਦਾਂ ਛਿੱਤਰ ਪਾ ਗੱਡੀ ਨੂੰ ਮਾਰੀ ਦੀਆਂ, ਉਦੋਂ 2 ਪਰਚੇ ਵੀ ਹੋਏ। ਇੱਕ ਪੁਲਿਸ ਨੇ ਆਪਣੇ ਲੈਵਲ ਤੇ ਕੀਤਾ, ਇੱਕ ਨਰਿੰਦਰ ਸਿੰਘ ਨੇ ਪਰਚਾ ਕਰਾਇਆ ਇਹਨਾਂ ਜੀ। ਉਹ ਅਜੇ ਇਹਨਾਂ ਤੇ ਜਿਹੜੀ ਤਲਵਾਰ ਲਟਕਦੀ ਹੈ, ਪਤਾ ਨਹੀਂ ਕਿਹੜੇ ਫੜ ਕੇ ਬੰਦਰ ਅੰਦਰ ਦੇ ਦਿੰਦੇ। ਹੁਣ ਗੱਲ ਤੇ ਕਾਨੂੰਨ ਦੀ ਹੈ। ਇੱਕ ਪਾਸੇ ਤੁਸੀਂ ਅਦਾਲਤ ਦੇ ਵਿੱਚ ਇਨਸਾਫ ਲੈਣ ਵਾਸਤੇ ਗਏ, ਦੂਜੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਕੋਲ ਸ਼ਿਕਾਇਤ ਕਰਨ ਗਏ ਹੋ ਕਿ ਜਿਹੜੀ ਦਿੱਲੀ ਸਰਕਾਰ ਆ ਇਹਦੀ ਇੰਟਰਫੀਅਰੈਂਸ ਜਿਹੜੀ ਬਿਲਕੁਲ ਬੰਦ ਕਰ ਦਿਓ ਜੀ। ਉਹ ਭਾਈ ਤੁਹਾਡੀ ਪਹਿਲਾਂ ਐਕਟ ਪੜੋ, ਐਕਟ ਕੀ ਕਹਿੰਦਾ ਵਾ। ਜਿਹੜੀ ਦਿੱਲੀ ਸਰਕਾਰ, ਉਸੇ ਤੁਹਾਡੇ ਐਕਟ ਦੇ ਮੁਤਾਬਕ ਚੋਣ ਹੋਣੀ ਆ। ਸੈਂਟਰ ਨੇ ਤੁਹਾਨੂੰ ਸਿਰਫ ਤੇ ਸਿਰਫ ਫੈਸਿਲਿਟੀ ਪ੍ਰੋਵਾਈਡ ਕਰਨੀ ਹੈ ਜੀ। ਜੇ ਨਹੀਂ ਪਤਾ ਤੇ ਕਿਸੇ ਨੂੰ ਪੁੱਛ ਲਿਆ ਕਰੋ, ਐਵੇਂ ਖਾਮਖਾ ਬਿਆਨ ਦੇ ਕੇ ਆਪਣੀ ਬੇਇੱਜ਼ਤੀ ਨਾ ਕਰਾਇਆ ਕਰੋ। ਇਸ ਕਰਕੇ ਸਰਸਾ ਸਾਹਿਬ ਕਹਿੰਦੇ ਮਿਲਣਾ 32 ਬੰਦੇ, ਜਾਓ 32 ਚਲ ਕੇ ਚੌਂਕੀ ਜਾਓ, ਕੀ ਫਰਕ ਪੈਂਦਾ ਕਿਸੇ ਨੂੰ? ਉੱਥੇ ਜਾਣਾ ਤੇ ਸ਼ਿਕਾਇਤ ਇਹੋ ਕਰਨੀ ਨਾ ਵੀ ਜਿਹੜਾ ਡਾਇਰੈਕਟਰ ਹੈਗਾ ਚੋਣਾਂ ਦਾ, ਉਹ ਭ੍ਰਿਸ਼ਟ ਆ ਜੀ, ਉਹ ਗੰਦਾ ਹੈ ਜੀ, ਲੁੱਚਾ ਜੀ। ਤੁਸੀਂ ਦਿੱਲੀ ਸਰਕਾਰ ਉਹਦਾ ਜਿਹੜੀ ਮਾਮਲਾ ਖਤਮ ਕਰੋ ਜੀ, ਉਹਦੀ ਦਖਲਅੰਦਾਜ਼ੀ ਬੰਦ ਕਰੋ, ਇਹ ਵੀ ਕਰੇ ਨਾ ਜੀ। ਤੇ ਪ੍ਰਧਾਨ ਮੰਤਰੀ ਸਾਹਿਬ ਕੋਲ ਇਹ ਪਾਵਰ ਆਪਣੇ ਕੋਲ ਨਹੀਂ ਹੈ। ਉਹ ਬਕਾਇਦਾ ਤੌਰ ਤੇ ਕੈਬਨਿਟ 'ਚ ਪਾਸ ਹੋ ਕੇ ਪਾਰਲੀਮੈਂਟ ਜਾ ਕੇ ਫਿਰ ਹੋ ਸਕਦਾ, ਉਦੋਂ ਮਤਲਬ ਕੋਈ ਬੰਦਾ ਉਹਨੂੰ ਹਿਲਾ ਨਹੀਂ ਸਕਦਾ। ਐਵੇਂ ਲੋਕਾਂ ਨੂੰ ਗੁੰਮਰਾਹ ਨਹੀਂ ਕਰੀਦਾ, ਲੋਕਾਂ ਨੂੰ ਗੁੰਮਰਾਹ ਨਾ ਕਰੋ, ਸੱਚਾਈ ਪੇਸ਼ ਕਰੋ ਕਰਨੀ। ਬਿਲਕੁਲ। ਅਗਲੀਆਂ ਖਬਰਾਂ ਜਿਹੜੀਆਂ ਹੈ ਪੰਜਾਬ ਕਾਂਗਰਸ ਨਾਲ, ਕੇਂਦਰੀ ਜਿਹੜੇ ਇਹਨਾਂ ਦੇ ਹੁਕਮਰਾਨ ਨੇ ਉਹ ਤੇ ਸੀਐਮ ਸਾਹਿਬ ਲਖਨਊ ਪਹੁੰਚਦੇ ਆ, ਪ੍ਰਿੰਕਾ ਗਾਂਧੀ ਰਿਹਾ ਹੁੰਦੀ ਹੈ। 5 ਮੈਂਬਰੀ ਵਫਦ ਦੀ ਗੱਲ ਤੁਸੀਂ ਕੀਤੀ ਹੈ, ਗੱਲ ਕਰਕੇ ਵੀ ਉੱਥੋਂ ਜਿਹੜੇ 5 ਬੰਦਿਆਂ ਨੂੰ ਵਿਆਜ ਤੇ ਮਿਲ ਗਈ ਸੀਗੀ। ਹਾਂਜੀ, ਪੱਟੀ ਸਾਹਿਬ ਨਵਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਕਹਿੰਦਾ 24,000 ਵਹੀਕਲਾਂ ਨਾਲ ਲਖੀਮਪੁਰ ਪਹੁੰਚ ਰਿਹਾ। ਇਹ ਵੱਖੋ ਵੱਖਰੀਆਂ ਸਟ੍ਰੈਟਜੀਆਂ ਮਤਭੇਦ ਨੂੰ ਉਜਾਗਰ ਕਰਦੀਆਂ ਜਾਂ ਇਹ ਕਾਂਗਰਸ ਦੀ ਸਟ੍ਰੈਟਜੀ ਹੈ? ਵੇਖੋ, ਇਹ ਕਾਂਗਰਸ ਆਪਣਾ ਕੰਮ ਹੈ ਜੀ।
ਤੁਹਾਨੂੰ ਪਤਾ ਵਾ 2 ਦਿਨ ਪਹਿਲਾਂ ਸਿੱਧੂ ਨੇ ਇੱਕ ਲਖੀਮਪੁਰ ਵਾਲਿਆਂ ਦੇ ਹੱਕ ਦੇ ਵਿੱਚ ਤੇ ਕਿਸਾਨੀ ਜਿਹੜੇ ਹੈਗੇ ਆ ਆਪਣੇ ਜਿਹੜੇ ਪੀੜਤ ਉਹਨਾਂ ਦੇ ਹੱਕ ਦੇ ਵਿੱਚ ਤੇ ਕਿਸਾਨੀ ਕਾਲੇ ਕਾਨੂੰਨ ਦੇ ਖਿਲਾਫ ਇੱਕ ਜਿਹੜਾ ਸੀ ਧਰਨਾ ਮੁਜ਼ਾਹਰਾ ਕੀਤਾ ਸੀ ਚੰਡੀਗੜ੍ਹ ਦੇ ਵਿੱਚ ਜੀ ਜਾ ਕੇ ਰਾਜ ਭਵਨ ਘੇਰਿਆ ਸੀ ਜੀ ਤੇ ਚੰਡੀਗੜ੍ਹ ਪੁਲਿਸ ਨੇ ਫੜ ਕੇ ਥਾਣੇ ਲੈ ਗਈ ਸ਼ਰਨ ਤੂਕਸਿਲ ਵੀ ਕੀਤੀ ਸ਼ਰਨ ਦੀ। ਜੀ ਉਸ ਧਰਨੇ ਦੇ ਵਿੱਚੋਂ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗਾਇਬ ਸਨ। ਜੀ ਜਿੱਥੋਂ ਮਹਿਸੂਸ ਹੁੰਦਾ ਸੀ ਮੁੱਖ ਮੰਤਰੀ ਜੀ ਦੇ ਪ੍ਰਧਾਨ ਦੀ ਆਪਕੀ ਅੰਡਰਸਟੈਂਡਿੰਗ ਪੂਰੀ ਨਹੀਂ ਹੈਗੀ। ਜੀ ਅਗਲੇ ਦਿਨ ਉੱਥੇ ਗਾਂਧੀ ਮੈਮੋਰੀਅਲ ਦੇ ਸਾਹਮਣੇ ਜਿਹੜਾ ਸੀ ਇਹਨਾਂ ਧਰਨਾ ਦਿੱਤਾ ਸੀ ਮੁੱਖ ਮੰਤਰੀ ਤੇ ਉਹਦੇ ਸਾਥੀਆਂ ਨੇ। ਜੀ ਤੇ ਚੰਡੀਗੜ੍ਹ ਸਿੱਧੂ ਸਾਹਿਬ ਹੋਣ ਦੇ ਬਾਵਜੂਦ ਇਹਨਾਂ ਸ਼ਮੂਲੀਅਤ ਨਹੀਂ ਸੀ ਕੀਤੀ। ਤੁਹਾਡੀ ਗੱਲ ਠੀਕ ਆ, ਜਿਹੜੀ ਸੈਂਟਰਲ ਹਾਈ ਕਮਾਂਡ ਹਰ ਸਟੇਟ ਦੇ ਵਿੱਚ 2 ਪਾਵਰ ਹਾਊਸ ਰੱਖਦੀ, ਜੀ ਉਹਨਾਂ ਪਾਵਰ ਹਾਊਸ ਰੱਖ ਕੇ ਉਹਨਾਂ ਦਾ ਕੰਪੀਟੀਸ਼ਨ ਹੁੰਦੀ ਹੈ ਵੀ ਇਹ ਸਾਡੇ ਤੇ ਹੈਵੀ ਨਾ ਹੋ। ਬਿਲਕੁਲ ਸਹੀ ਕਿਹਾ। ਹੁਣ ਉਹਨਾਂ ਨੇ ਕੀ ਕੀਤਾ, ਸਿੱਧੂ ਸਾਹਿਬ ਨੇ ਅਨਾਉਂਸ ਕਰਤਾ ਸੀ ਕੱਲ ਭਾਈ ਜੇ ਇਮੀਡੀਏਟਲੀ ਬਕਾਇਦਾ ਜਿਹੜਾ ਉਹਦਾ ਬੇਟਾ ਆਸ਼ੀਸ਼ ਕਪੂਰ ਗ੍ਰਿਫਤਾਰ ਨਹੀਂ ਹੁੰਦਾ ਤਾਂ ਅਸੀਂ ਬਕਾਇਦਾ ਤੋਂ ਅਸੀਂ ਵੱਡਾ ਕਾਫਲਾ ਲੈ ਕੇ ਲਖੀਮਪੁਰ ਜਾਵਾਂਗੇ। ਉਹਦੇ ਵਿੱਚ ਅੱਜ ਉਹਨਾਂ ਕਿਹਾ ਵੀ ਇੱਕ ਟਵੀਟ ਕੀਤਾ ਕਿ ਆਰਡਰ ਕੀਤੇ ਮੈਨੂੰ ਇਹ ਨਹੀਂ ਪਤਾ, ਉਹਨਾਂ ਕਿਹਾ ਵੀ ਹਰ ਵਿਧਾਨ ਸਭਾ ਹਲਕੇ ਦੇ ਵਿੱਚੋਂ 200 ਵਹੀਕਲ ਆਉਣੇ ਚਾਹੀਦੇ ਜੀ ਤੇ 23,000 ਤੋਂ ਉੱਪਰ ਕਰੀਬ ਵਹੀਕਲ ਬਣਦੇ ਆ, 23,000 ਵਹੀਕਲ ਬਣ ਜਾਂਦੇ। ਹੁਣ ਜਦੋਂ 23-24,000 ਜਿਸ ਪਾਸੇ ਜਾਣਗੇ ਟ੍ਰੈਫਿਕ ਤੇ ਫਿਰ ਜਾਮ ਹੋਏਗੀ ਨਾ ਹੋਏਗੀ। ਜੀ ਲੇਕਿਨ ਇੱਕ ਉੜਦੀ ਖਬਰ ਸੀ ਸ਼ਾਇਦ ਆਸ਼ੀਸ਼ ਜਿਹੜਾ ਵਾ ਉਹਨੇ ਸੈਂਟਰ ਜਾ ਕੇ ਪੁਲਿਸ ਨੂੰ ਕਰ ਦਿੱਤਾ ਵਾ। ਜੇ ਉਹਨੇ ਸੈਂਟਰ ਕਰ ਦਿੱਤਾ ਹੋਇਆ ਤੇ ਫਿਰ ਸ਼ਾਇਦ ਉਹ ਨਾ ਜਾਣ, ਲੇਕਿਨ ਉਹਨਾਂ ਦਾ ਪ੍ਰੋਗਰਾਮ ਪੂਰਾ ਸੀ। ਉਹਨਾਂ ਕਹਿ ਵੀ ਦਿੱਤਾ ਸੀ ਵੀ ਹਰ ਹਲਕੇ ਦੇ ਵਿੱਚੋਂ ਸਵੇਰੇ 10 ਵਜੇ ਚੰਡੀਗੜ੍ਹ ਏਅਰਪੋਰਟ ਜਿਹੜੀ ਸੜਕ ਆ ਉੱਥੇ ਆ ਕੇ ਤੁਸੀਂ ਜਿਹੜੀ ਆ ਸਾਰਿਆਂ ਨੇ ਆ ਕੇ ਆਪਣੀ ਹਾਜ਼ਰੀ ਲਵਾਉਣੀ ਆ ਕਿ ਇੰਨੇ ਵਹੀਕਲ ਮੈਂ ਲੈ ਕੇ, ਇੰਨੇ ਵਹੀਕਲ ਮੈਂ ਲੈ ਕੇ, ਇੰਨੇ ਵਹੀਕਲ। ਜੀ ਪੱਟੀ ਸਾਹਿਬ, ਦੂਜੇ ਪਾਸੇ ਜਦੋਂ ਦੇਖੀਏ ਫਰਜ਼ੰਦ ਦਾ ਵਿਆਹ ਸੀਐਮ ਸਾਹਿਬ ਦੇ ਦਾ ਤੇ ਸਿੱਧੂ ਸਾਹਿਬ ਨਾਲ ਮੁੱਖ ਮੰਤਰੀ ਜੀ ਮਿਲਦੇ ਆ ਫਿਰ ਤੇ ਕਾਰਡ ਦਿੰਦੇ ਆ, ਉਥੋਂ ਲੱਗਦਾ ਕਿ ਮਤਭੇਦ ਖਤਮ ਹੋ ਰਿਹਾ ਹੈ। ਇੱਥੇ ਗੂਗਲੀ ਹੈ ਜੀ, ਗੂਗਲੀ ਜੀ ਇਹ ਗੂਗਲੀ ਹੈ। ਸਿੱਧੂ ਵੀ 2 ਨੇ ਜੀ, ਇੱਕ ਨਵਜੋਤ ਸਿੰਘ ਸਿੱਧੂ ਆ ਤੇ ਇੱਕ ਬਲਬੀਰ ਸਿੰਘ ਸਿੱਧੂ ਆ। ਜੀ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਸੀ ਕੈਪਟਨ ਸਰਕਾਰ ਦੇ ਵਿੱਚ, ਉਹਨਾਂ ਨੂੰ ਆਸ ਨਹੀਂ ਸੀ ਵੀ ਉਹਨਾਂ ਦੀ ਮੰਤਰੀਸ਼ਿਪ ਖੋਹ ਲਈ ਜਾਊਗੀ। ਬਿਲਕੁਲ। ਜਦੋਂ ਖੋਹ ਲਈ ਗਈ ਸੀ ਟੀਵੀ ਤੇ ਰੋਈ ਜਾਂਦਾ ਸੀ ਬੰਦਾ ਜੀ ਮੈਂ ਬੜਾ ਕੰਮ ਕੀਤਾ, ਮੈਂ ਕਰੋਨਾ ਵੀ ਹੋ ਗਿਆ, ਮੈਂ ਲੋਕਾਂ ਦੇ ਘਰਾਂ ਤੱਕ ਗਿਆ। ਵੀ ਤੇਰੀ ਡਿਊਟੀ ਬਣਦੀ ਸੀ ਭਾਈ, ਜਦੋਂ ਤੇਰੇ ਕੋਲ ਹੈਗੀ ਸੀ ਨੌਕਰੀ ਮੰਤਰੀਸ਼ਿਪ ਹੈਗੀ। ਚਲੋ ਉਹ ਸੀਐਮ ਸਾਹਿਬ ਦੇ ਨਾਲ ਤੇ ਉਹਨਾਂ ਦੇ ਕੁਝ ਇਹ ਵਖਰੇਵੇਂ ਹੋ ਗਏ ਸੀਗੇ। ਉਹਨਾਂ ਦਾ ਭਰਾ ਉੱਥੇ ਇੱਕ ਮੇਕਰ ਨਗਰ ਕੌਂਸਲ ਕੇ ਨਗਰ ਕਮੇਟੀ ਦਾ ਜਿਹੜਾ ਵਾ ਉਹ ਹੈਗਾ ਮੇਅਰ ਆ ਜਾਂ ਪ੍ਰਧਾਨ, ਮੈਨੂੰ ਯਾਦ ਨਹੀਂ, ਅਮਰਜੀਤ ਸਿੰਘ, ਉਹਦੇ ਬਾਰੇ ਚਰਚੇ ਸ਼ਾਇਦ ਨੂੰ ਹਟਾ ਦਿੱਤਾ ਜਾਵੇ ਉੱਥੇ। ਜੀ ਲੇਕਿਨ ਕੱਲ ਸੀਐਮ ਸਾਹਿਬ ਉਹ ਸਿੱਧੂ ਸਾਹਿਬ ਦੇ ਘਰ ਗਏ ਆ, ਰਾਵਤ ਸਾਹਿਬ ਨਾਲ ਸੀ, ਹੋਰ ਵੀ 1-2 ਮੰਤਰੀ ਨਾਲ ਸੀ। ਬਕਾਇਦਾ ਤੌਰ ਤੇ ਉਹਨੇ ਕੱਢ ਕੇ ਚਾਹ ਪਾਣੀ ਪੀਤੀ ਤੇ ਉਹਨਾਂ ਨੂੰ ਆਪਣੇ ਬੇਟੇ ਦਾ, ਸੀਐਮ ਸਾਹਿਬ ਦੇ ਬੇਟੇ ਦੀ ਸ਼ਾਦੀ ਜਿਹੜੀ ਆ 10 ਅਕਤੂਬਰ ਨੂੰ ਹੋ ਰਹੀ ਜੀ, ਉਹਦਾ ਕਾਰਡ ਦਿੱਤਾ, ਡੱਬਾ ਦਿੱਤਾ, ਬੜੇ ਸੱਦ ਭਾਵਨਾ ਮਾਹੌਲ 'ਚ ਗੱਲਬਾਤ ਹੋਈ ਆ ਤੇ ਉਹਨੂੰ ਕਹਿ ਦਿੱਤਾ ਕਿ ਸਿੱਧੂ ਸਾਹਿਬ ਆਪਾਂ ਮਿਲ ਕੇ ਚੱਲਣਾ ਵਾ, ਕਾਂਗਰਸ ਪਾਰਟੀ ਦੀ ਬਦਨਾਮੀ ਨਹੀਂ ਹੋਣ ਦੇਣੀ, ਇਹ ਸੀਟਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ, ਕੋਈ ਗੱਲ ਨਹੀਂ। ਉਹਨੇ ਕਿਹਾ ਠੀਕ ਹੈ ਜੀ। ਫਿਰ ਉਹਨਾਂ ਕਿਹਾ ਜੀ ਆਹ ਚਰਚਾਵਾਂ ਨੇ ਬਿਲਕੁਲ ਜਿਹੜੀਆਂ ਚਰਚਾਵਾਂ ਸਾਰੀਆਂ ਖਾਰਜ ਕਰ ਦਿਓ, ਤੁਹਾਡੇ ਭਰਾ ਨੂੰ ਕੋਈ ਨਹੀਂ ਲਾਏਗਾ, ਉਹ ਜਿਸ ਸੀਟ ਤੇ ਬੈਠਾ ਉੱਥੇ ਬੈਠਾ ਰਹੋ, ਸਗੋਂ ਤੁਹਾਡੇ ਬਾਰੇ ਵੀ ਸੋਚਾਂਗੇ, ਇਸ ਨੂੰ ਕੁਛ ਤੁਹਾਡੀ ਜ਼ਿੰਮੇਵਾਰੀ ਕੋਈ ਸੇਵਾ ਲਾਵਾਂਗੇ, ਤੁਸੀਂ ਕਰੋ। ਇਸ ਕਰਕੇ ਉਹਨਾਂ ਸਿੱਧੂ ਸਾਹਿਬ ਦਾ ਸਮਝੌਤਾ ਹੋ ਗਿਆ। ਹੁਣ ਆ ਦੂਸਰੇ ਸਿੱਧੂ ਸਾਹਿਬ ਉਹਨਾਂ ਕੋਲੇ ਕਦੋਂ ਜਾਂਦੇ, ਸੀਐਮ ਸਾਹਿਬ ਜਾਂਦੇ ਕਿ ਨਹੀਂ ਜਾਂਦੇ ਇਹ ਵੀ ਨਹੀਂ ਪਤਾ ਇਹਨਾਂ ਨੂੰ। ਜੀ ਤੁਹਾਨੂੰ ਪਤਾ ਹੋ ਗਿਆ ਕਿ 4 ਦਿਨ ਪਹਿਲਾਂ ਇਹਨਾਂ ਦੀ ਮੀਟਿੰਗ ਹੋਈ ਸੀ ਬਕਾਇਦਾ ਤੌਰ ਤੇ ਉੱਥੇ ਸ਼ਾਇਦ ਪੰਜਾਬ ਭਵਨ 'ਚ ਹੋਈ ਸੀ ਚੰਡੀਗੜ੍ਹ। ਜੀ ਤੇ ਸੀਐਮ ਸਾਹਿਬ ਕਹਿੰਦੇ ਸੀ ਜਦੋਂ ਸਿੱਧੂ ਦੇ ਘਰ ਚਲ ਜਾਂਦੇ ਬਟਾਲੇ, ਕੋਈ ਗੱਲ ਨਹੀਂ, ਕਹਿੰਦੇ ਨਹੀਂ ਜੀ ਪ੍ਰੋਟੋਕਾਲ ਨਹੀਂ ਹੈਗਾ, ਏਦਾਂ ਨਹੀਂ ਕਰੀਦਾ। ਉੱਥੇ ਮੀਟਿੰਗ ਹੋਈ ਸੀ, ਚੰਨੀ ਸਾਹਿਬ ਬਕਾਇਦਾ ਜੇਬ 'ਚ ਅਸਤੀਫਾ ਪਾ ਕੇ ਲੈ ਕੇ ਗਏ ਜੀ ਕਿ ਸਿੱਧੂ ਸਾਹਿਬ ਜੇ ਡੀਜੀਪੀ ਦੀ ਨਿਯੁਕਤੀ ਹੋਈ ਹੈ ਤੇ ਤੁਹਾਡੀ ਸੈਂਟਰਲ ਹਾਈ ਕਮਾਂਡ ਤੋਂ ਹੋਈ ਹੈ, ਜੇ ਐਡਵੋਕੇਟ ਜਨਰਲ ਤੇ ਸੈਂਟਰਲ ਹਾਈ ਕਮਾਂਡ ਤੋਂ ਹੋਈ ਹੈ, ਉਹਨਾਂ ਦੇ ਦੇਸ਼ਾਂ ਤੋਂ ਹੋਈ ਹੈ, ਮੈਂ ਕੁਝ ਨਹੀਂ ਕੀਤਾ। ਤੁਸੀਂ ਮੇਰਾ ਨਾਂ ਲਿਆ ਸੀ ਵੀ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਜੇ ਤੁਸੀਂ ਬਣਾ ਸਕਦੇ ਹੋ ਤੇ ਜੇ ਤੁਸੀਂ ਨਹੀਂ ਚੰਗਾ ਲੱਗਦਾ ਤਾਂ ਮੇਰਾ ਅਸਤੀਫਾ ਲੈ ਲਓ। ਜੀ
ਸਿੱਧੂ ਸਾਹਿਬ ਮੁੜ ਕੇ ਬੋਲੇ ਨਹੀਂ ਸੀ, ਮੈਂ ਬੋਲਾ ਇੱਥੇ ਕੀ ਹੋ ਤਾਈਓ ਬਾਅਦ ਚ ਉਹਨਾਂ ਪ੍ਰੈਸ ਨੂੰ ਸੰਬੋਧਨ ਨਹੀਂ ਸੀ ਕੀਤਾ ਵੀ ਇਸ ਅੰਦਰ ਖਤਰਾ ਕੀ ਲਿਆ। ਜੀ ਇਸ ਕਰਕੇ ਉਮੀਦ ਹੈ ਵੀ ਸੀਐਮ ਸਾਹਿਬ ਇੱਕ ਅੱਧੇ ਦਿਨ ਤੱਕ ਉਹਨਾਂ ਦੇ ਘਰ ਵੀ ਚੱਲ ਜਾਣਗੇ ਜਾਂ ਫੋਨ ਤੇ ਗੱਲ ਕਰ ਲੈਣਗੇ, ਭਾਈ 10 ਤਰੀਕ ਨੂੰ ਤੁਸੀਂ ਵਿਆਹ ਤੇ ਜ਼ਰੂਰ ਆਉਣਾ। ਸੀਐਮ ਸਾਹਿਬ ਨੇ ਆਪਣੇ ਕੁੜਮ ਜਿਹੜੇ ਬੱਸੀ ਪਠਾਣਾ ਦੇ ਪਿੱਛੇ ਹੈਗੇ ਨੇ ਤੇ ਪਟਿਆਲੇ ਜਿਹੜਾ ਸੈਂਟਰਲ ਵਿਦਿਆਲਾ ਉਹਦੇ ਪ੍ਰਿੰਸੀਪਲ ਨੇ, ਜੀ ਉਹਨੂੰ ਕਿਹਾ ਜੀ ਪ੍ਰਿੰਸੀਪਲ ਸਾਹਿਬ ਆਪਾਂ ਸ਼ਾਦੀ ਬਿਲਕੁਲ ਸਿੰਪਲ ਕਰਨੀ ਹੈ। ਜੀ ਉਦੋਂ ਐਮਐਲਏ ਸੀ ਤੇ ਹੁਣ ਬਣ ਗਿਆ ਮੁੱਖ ਮੰਤਰੀ ਬਣ ਕਰਕੇ ਹੁਣ ਸਿੰਪਲ ਦੀ, ਹੁਣ ਤੇ ਸਾਰੇ ਜਾਲੀ ਜਿਹੜੇ ਉਹ ਤੇ ਬਰਾਤ ਜਿਹੜੀ ਸਾਰੀ ਵੀਆਈਪੀ ਦੀ ਹੋਣੀ ਹੈ ਤੇ ਉੱਤੇ ਵੱਧ ਖਰਚਾਉਣੇ ਹੋਣਾ। ਜੀ ਜੀ ਬਿਲਕੁਲ। ਹੁਣ ਨਵਜੋਤ ਸਿੰਘ ਸਿੱਧੂ ਹੋਣਾ ਦੀ ਗੈਰ ਹਾਜ਼ਰੀ 'ਚ ਕਮਾਂਡ ਜਿਹੜੀ ਆ ਉਹਨਾਂ ਦੀ ਧੀ ਸੰਭਾਲ ਰਹੀ ਹੈ ਤੇ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਰਹੀ ਹੈ। ਸਿਆਸਤ ਵਿੱਚੋਂ ਆਉਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਨੇ, ਕੀ ਕਹਿਣਾ ਚਾਹੋਗੇ ਪੱਟੀ ਸਾਹਿਬ? ਵੇਖੋ ਜੀ, ਜਿਹੜੀ ਰਾਬੀਆ ਸਿੱਧੂ ਇਹਨਾਂ ਦੀ ਬੇਟੀ ਹੈ ਨਾ, ਜੀ ਕਾਫੀ ਐਕਟਿਵ, ਜੀ ਇੰਗਲੈਂਡ ਦੀ ਪੜ੍ਹੀ ਲਿਖੀ ਹੋ, ਉੱਥੋਂ ਜਾ ਕੇ ਡਿਗਰੀਆਂ ਕਰਕੇ ਇੱਕ ਦੋ ਆਈ। ਹੁਣ ਉਹਨਾਂ ਦੀ ਮਾਤਾ ਕੋਈ ਠੀਕ ਨਹੀਂ ਸੀਗੀ ਤੇ ਉਹਨੂੰ ਕਹਿਤਾ ਭਾਈ ਆ ਜਿਹੜੀ ਇੱਥੇ ਸੜਕ ਬਣਨੀ ਹੈ ਬਿੱਟੂ ਮੈਨੂੰ ਪੈਣੀ, ਤੁਸੀਂ ਜਾ ਕੇ ਇਹਦਾ ਉਦਘਾਟਨ ਕਰ ਦਿਓ। ਉਹ ਆ ਗਈ ਉਦਘਾਟਨ ਕਰਨ ਵਾਸਤੇ। ਜੀ ਉਹਨੇ ਕਿਹਾ ਅਜੇ ਮੇਰਾ ਸਿਆਸਤ ਚਾਉਣ ਦਾ ਕੋਈ ਇਰਾਦਾ ਨਹੀਂ, ਪਰ ਇੰਜ ਲੱਗਦਾ ਵੀ ਜਿਵੇਂ ਸਿੱਧੂ ਸਾਹਿਬ ਐਤਕੀ ਆਪਣੀ ਇਲੈਕਸ਼ਨ ਜਿਹੜੀ ਆ ਉਹ ਪਟਿਆਲੇ ਲੜਨਗੇ ਤੇ ਜਿਹੜੀ ਉਹਨਾਂ ਦੀ ਜੱਦੀ ਸੀਟ ਅੰਮ੍ਰਿਤਸਰ ਦੀ ਆ ਉੱਥੋਂ ਉਹਨਾਂ ਦੀ ਬੇਟੀ ਜਿਹਨਾਂ ਦੀ ਵਾਈਫ ਲੜ ਸਕਦੀ। ਜੀ ਤੇ ਇਹ ਰਾਬੀਆ ਦੀ ਬੁਨਿਆਦ ਆ, ਪਹਿਲਾ ਕੰਮ ਸ਼ੁਰੂ ਕਰਤਾ ਉਹਨੇ ਆਪਣੇ ਫਾਦਰ ਦੀ ਗੈਰ ਹਾਜ਼ਰੀ ਹਲਕੇ ਦੇ ਵਿੱਚ ਹਲਕੇ 'ਚ ਕੰਮ ਕਰਨਾ ਸ਼ੁਰੂ ਕਰਤਾ ਤੇ ਫਿਰ ਉਮੀਦਵਾਰੀ ਵੀ ਆਪਣੀ ਜਿਹੜੀ ਉਹ ਦਾਅਵਾ ਕਰੇਗੀ ਮੈਨੂੰ ਟਿਕਟ ਦਿਓ ਜੀ ਤੁਸੀਂ, ਜੀ ਤੇ ਟਿਕਟ ਤੇ ਬਾਪੂ ਨੇ ਦੇਣੀ ਹੈ, ਪ੍ਰਧਾਨ ਉਹ ਆ, ਮੁਲਕ ਦੇ ਬਾਹਰ ਜਾਣ ਦੀ ਲੋੜ ਨਹੀਂ ਪੈਣੀ, ਉਹਨੇ ਟਿਕਟ ਦੇ ਦਿੱਤੀ ਤੁਹਾਨੂੰ ਜੀ। ਇਸ ਕਰਕੇ ਰਾਬੀਆ ਲੱਗਦੀ ਹੈ ਵੀ ਜਿਸ ਤਰੀਕੇ ਨਾਲ ਵਿਚਰ ਰਹੀ ਹੈ ਇਲਾਕੇ ਦੇ ਵਿੱਚ, ਲੋਕਾਂ ਦੇ ਕੰਮ ਕਰ ਰਹੀ, ਲੋਕਾਂ ਦੀ ਫਰਿਆਦ ਸੁਣ ਰਹੀ ਹੈ, ਆਪਣਾ ਦਰਬਾਰ ਲਾ ਰਹੀ ਹੈ, ਤਾਂ ਤੁਹਾਨੂੰ ਮਹਿਸੂਸ ਹੁੰਦਾ ਵੀ ਜਿਵੇਂ ਉਹ ਅਗਲੀ ਉਮੀਦਵਾਰ ਜਿਹੜੇ ਅੰਮ੍ਰਿਤਸਰ ਦਾ ਪੂਰਬੀ ਹਲਕਾ ਉੱਥੋਂ ਅਗਲੀ ਉਮੀਦਵਾਰ ਹੋਗੀ ਕਾਂਗਰਸ ਦੀ। ਜੀ ਪੱਟੀ ਸਾਹਿਬ, ਇੱਕ ਹੋਰ ਖਬਰ ਜਿਹੜੀ ਹੈਗੀ ਆ ਇਹਨਾਂ ਖਬਰਾਂ ਤੋਂ ਬਾਅਦ ਦੀ ਹੈ, ਕਾਬੁਲ 'ਚ ਹਥਿਆਰਬੰਦ ਵਿਅਕਤੀਆਂ ਵੱਲੋਂ ਗੁਰਦੁਆਰਾ ਕਰਤੇ ਪ੍ਰਵਾਨ ਦੀ ਭੰਨਤੋੜ ਕੀਤੀ ਗਈ ਹੈ ਜੀ। ਵੇਖੋ, ਜਿਹੜੀ ਗੁਰਦੁਆਰਾ ਕਰਤੇ ਪ੍ਰਵਾਨ ਜਿਹੜਾ ਨਾ ਜੀ, ਇਹ ਕਾਬਲ ਦੇ ਵਿੱਚ ਜੀ ਜਦੋਂ ਉੱਥੇ ਹਾਲਾਤ ਵਿਗੜੇ ਸੀ ਤੇ ਉਦੋਂ ਉੱਥੇ ਗੱਲਬਾਤ ਹੋਈ ਸੀ, ਉਹਨੇ ਪੁੱਛਿਆ, ਉਹ ਕਹਿੰਦੇ ਮੈਂ ਕਿਹਾ ਜੀ ਤੁਹਾਡਾ ਖਰਚਾ ਪਾਣੀ ਕਿੱਦਾਂ ਚੱਲਦਾ ਇੱਥੇ? ਉਹ ਕਹਿੰਦੇ ਜਿਹੜੇ ਪਹਿਲੇ ਰਾਸ਼ਟਰਪਤੀ ਸੀ ਉਹਨਾਂ ਗੁਰਦੁਆਰੇ ਵਿੱਚ ਘੱਟੋ ਘੱਟ 20-25 ਬੋਰੀਆਂ ਜਿਹੜੀਆਂ ਸੀ ਆਟੇ ਦੀਆਂ ਪਹੁੰਚਾਤੀਆਂ ਸੀ, ਦਾਲਾਂ ਪਹੁੰਚਾਤੀਆਂ ਸੀ, ਸੁੱਕਾ ਦੁੱਧ ਪਹੁੰਚਾਤਾ ਸੀਗਾ, ਕੋਈ ਲੂਣ ਜੋ ਸਭ ਪਹੁੰਚਾਤਾ ਸੀ। ਪਤਾ ਨਹੀਂ ਵੀ ਲੜਾਈ ਕਿੰਨੇ ਮਹੀਨੇ ਚੱਲਣੀ ਹੋ ਸਕਦੀ ਜੀ। ਫਿਰ ਤੁਸੀਂ ਭੁੱਖੇ ਨਾ ਮਰੋ, ਗੁਰਦੁਆਰੇ ਚ ਰਹੋ। ਤੇ ਉਸ ਗੁਰਦੁਆਰੇ ਹਿੰਦੂ ਵੀ ਆ ਗਏ ਤੇ ਸਿੱਖ ਵੀ ਆ ਗਏ, ਜਿਹੜੇ ਉੱਥੇ ਹੈਗੇ ਨੇ ਸਾਰੇ ਉੱਥੇ ਆਪਣੇ ਘਰ ਛੱਡ ਕੇ ਉੱਥੇ ਗੁਰਦੁਆਰੇ ਚ ਆ ਗਏ ਸੀ ਜੀ। ਤੇ ਬਕਾਇਦਾ ਤੌਰ ਤੇ ਤਾਲਿਬਾਨ ਨੇ ਕਿਹਾ ਸੀ ਵੀ ਤੁਹਾਨੂੰ ਇੱਥੇ ਕੋਈ ਖਤਰਾ ਨਹੀਂ, ਇਹਨਾਂ 4 ਗਾਰਡ ਆਪਣੇ ਲਾਤੇ ਸੀ ਉੱਥੇ ਜੀ। ਪਹਿਲਾਂ ਉੱਥੇ ਪੁਲਿਸ ਲੱਗੀ ਹੁੰਦੀ ਸੀ ਗੁਰਦੁਆਰੇ ਦੇ ਬਾਹਰ ਗੇਟ ਦੇ ਉੱਤੇ, ਉਹ 20-25 ਬੰਦੇ ਹੁੰਦੇ ਸੀ, 4 ਪੁਲਿਸ ਚਲੀ ਗਈ, 4 ਗਾਰਡ ਤਾਲਿਬਾਨ ਨੇ ਆਪਣੇ ਲਾਤੇ ਸੀ। ਲੇਕਿਨ ਹੁਣੇ ਕੁਝ ਬੰਦੇ ਆਏ ਨੇ, ਭਾਵੇਂ ਬੰਦਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਹਾ, ਬੰਦਿਆਂ ਦਾ ਕੋਈ ਨੁਕਸਾਨ ਨਹੀਂ ਕੀਤਾ, ਗੁਰਦੁਆਰੇ ਦੇ ਦਰਵਾਜ਼ੇ ਦੀ ਭੰਨਤੋੜ ਕੀਤੀ ਆ, ਗੁਰਦੁਆਰੇ 'ਚ ਸੀਸੀਟੀਵੀ ਕੈਮਰੇ ਲੱਗੇ ਸੀ ਉਹਦੀ ਭੰਨਤੋੜ ਕੀਤੀ ਹੈ ਤੇ ਚਲੇ ਗਏ। ਜਿਹੜੇ ਉਹ ਬੰਦੇ ਉਹਨਾਂ ਦੇ ਗਾਰਡ ਸੀ ਉਹਨਾਂ ਦੀ ਕੁੱਟਮਾਰ ਕੀਤੀ ਇਹਨਾਂ ਤਾਲਿਬਾਨੀਆਂ ਦੀ। ਹੁਣ ਉਹਦੀ ਪੜਤਾਲ ਹੋ ਰਹੀ ਵੀ ਬੰਦੇ ਕੌਣ ਸੀਗੇ, ਕਿਉਂਕਿ ਤਾਲਿਬਾਨ ਦੇ ਇੱਕ ਗਰੁੱਪ ਨਹੀਂ ਕਈ ਗਰੁੱਪ ਨੇ ਉੱਥੇ, ਕੋਈ ਗਰੁੱਪ ਕੁਛ ਕਹਿੰਦਾ, ਕੋਈ ਗਰੁੱਪ ਕੁਛ ਕਹਿੰਦਾ। ਜਿੰਨਾ ਚਿਰ ਤੱਕ ਉੱਥੇ ਕੋਈ ਪਾਪੂਲਰ ਸਰਕਾਰ ਨਹੀਂ ਬਣਦੀ ਉਨ ਚਿਰ ਹਾਲਾਤ ਇਹੋ ਹੀ ਰਹਿਣੇ ਆ। ਤੇ ਜੇ ਤਾਲਿਬਾਨ ਦਾ ਏਦਾਂ ਹੀ ਰਾਜ ਰਿਹਾ ਤੇ ਮੇਰੇ ਖਿਆਲ ਅਫਗਾਨਿਸਤਾਨ ਨਰਕ ਬਣ ਜਾਏਗਾ ਉੱਥੇ। ਜੀ ਬਿਲਕੁਲ। ਇੱਕ ਹੋਰ ਗੱਲ ਖਬਰ ਜੇ ਕਹੂੰ ਤਾਂ ਮੈਂ ਲੈ ਲਾਂ, ਇੱਕ ਬੜੀ ਮੇਰੇ ਮਨ ਦੇ ਵਿੱਚ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਹੈਗੀ ਹੈ ਤੁਹਾਡੇ ਤਜਰਬੇ ਦੇ ਵਿੱਚੋਂ ਉਹਦਾ ਜਵਾਬ ਚਾਹਾਂਗੇ ਜੇ ਹੁਕਮ ਹੋਵੇ। ਜੀ ਪੱਟੀ ਸਾਹਿਬ ਧੰਨਵਾਦ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਖਰਚੇ ਬਹੁਤ ਵੱਧ ਗਏ ਆ, ਸਹੂਲਤਾਂ ਬਹੁਤ ਘੱਟ ਗਈਆਂ ਨੇ। ਜਦੋਂ ਗੁਰੂ ਦੇ ਨਾਂ 'ਤੇ ਕਿਸੇ ਵੀ ਸੰਸਥਾ ਦਾ ਨਾਂ ਰੱਖ ਦਿੰਦੇ ਆ ਫਿਰ ਉਹਦੀ ਆੜ 'ਚ ਲੁੱਟ ਖਸੁੱਟ ਕਿਉਂ ਸ਼ੁਰੂ ਹੋ ਜਾਂਦੀ ਹੈ ਜੀ? ਸ਼੍ਰੋਮਣੀ ਕਮੇਟੀ ਦੇ ਅੰਦਰ ਜਿੰਨੇ ਵੀ ਅਦਾਰੇ ਹੁੰਦੇ ਜੀ, ਜਿਹੜੇ ਇਹਨਾਂ ਮੈਂਬਰਾਂ ਦੇ, ਇਹਨਾਂ ਦੇ ਐਮਐਲਏਆਂ ਦੇ, ਇਹਨਾਂ ਦੇ ਮਿਨਿਸਟਰਾਂ ਦੇ ਬੱਚੇ ਨੇ ਕਿਸੇ ਐਡਮਿਸ਼ਨ ਲੈਣੀ ਨਾ ਮੈਨੇਜਮੈਂਟ ਦੇ ਕੋਟੇ ਦੇ ਵਿੱਚ ਜੀ, ਉਹਨੂੰ ਅੱਜ ਦਾ ਪਤਾ ਨਹੀਂ, ਅੱਜ ਤੋਂ 10 ਸਾਲ ਪਹਿਲਾਂ 35 ਲੱਖ ਰੁਪਏ ਦੇਣਾ ਪੈਂਦਾ ਸੀ, ਉਹ ਵੀ ਫੋਰਨ ਕਰੰਸੀ, ਫੋਰਨ ਦੇ ਕੋਟੇ ਲੈਣੀ ਪੈਂਦੀ ਸੀ। ਲੇਕਿਨ ਇਹਨਾਂ ਦੇ ਬੱਚਿਆਂ ਨੂੰ ਉੱਥੇ 35 ਲੱਖ ਕੀ 35 ਰੁਪਏ ਨਹੀਂ ਦੇਣੇ ਪੈਂਦੇ ਸੀ, ਇਹਨਾਂ ਨੂੰ ਮਿਲ ਜਾਂਦੀ ਸੀ। ਜੀ। ਤੇ ਨੁਕਸਾਨ ਕਿਹਦਾ ਸੀ? ਸੰਸਥਾ ਦਾ।
ਅੰਮ੍ਰਿਤਸਰ ਦੇ ਵਿੱਚ ਜਿਹੜਾ ਗੁਰੂ ਰਾਮਦਾਸ ਮੈਡੀਕਲ ਰਿਸਰਚ ਐਂਡ ਯੂਨੀਵਰਸਿਟੀ ਬਣੀ ਆ, ਜਦੋਂ ਇਹਨੂੰ ਕਾਮਯਾਬ ਕੀਤਾ ਗਿਆ ਤੇ ਬਕਾਇਦਾ ਤੌਰ ਤੇ ਦਰਬਾਰ ਸਾਹਿਬ ਦੇ ਖਾਤੇ ਦੇ ਵਿੱਚੋਂ ਹਰ ਸਾਲ ਹਰ ਮਹੀਨੇ ਜਿਹੜਾ 1 ਕਰੋੜ ਰੁਪਏ ਜਾਂਦਾ ਸੀ ਜੀ। ਉੱਥੇ ਡਾਕਟਰ ਏਪੀ ਕਹਿੰਦਾ ਜੀ ਮੈਂ 50 ਕਰੋੜ ਇਕੱਠਾ ਕਰ ਲਿਆ, 60 ਕਰੋੜ ਹੁੰਦਾ ਜਿਹੜਾ ਪਹਿਲਾਂ ਤੈਨੂੰ ਦਰਬਾਰ ਸਾਹਿਬ ਤੇ ਵਾਪਸ ਕਰਦੇ, ਪਹਿਲਾਂ ਤੂੰ ਉਹਦੇ ਘਰ ਵਾਪਸ ਕਰਦੇ, ਤੁਸੀਂ ਹੁਣ ਕਿੱਥੋਂ ਦੀ ਇਕੱਠਾ ਕਰ ਲਿਆ ਤੁਸੀਂ? ਇਸੇ ਕਰਕੇ ਲੁੱਟ ਜਾਂਦੀ ਆ। ਜੇ ਸਟਾਫ 10 ਦੀ ਲੋੜ ਉੱਥੇ 50 ਬੰਦੇ ਰੱਖੇ, 30 ਬੰਦੇ ਰੱਖੇ, ਸਿਫਾਰਸ਼ੀ ਰੱਖੇ ਜਿਹੜੇ ਵਿਹਲੇ ਨੇ, ਜੀ। ਤੇ ਫਿਰ ਭਾਜੀ ਲੁੱਟ ਕੁਛ ਚੱਲਣੀ ਆ। ਦਿੱਲੀ ਦੇ ਵਿੱਚ ਤੁਸੀਂ ਚੱਲ ਜਾਓ, ਦਿੱਲੀ ਦੇ ਵਿੱਚ ਸਾਡੇ ਜਿਹੜੇ 3 ਸੰਸਥਾਵਾਂ ਬੰਦ ਹੋ ਗਈਆਂ ਜੀ। ਅੱਜ ਦੀ ਡੇਟ ਦੇ ਵਿੱਚ, ਜਿਹੜੇ ਤੁਹਾਨੂੰ ਦੱਸੇ ਸੀ ਅੱਗੇ 150 ਦੇ ਕਰੀਬ ਕੇਸ ਚੱਲਦਾ ਸੀ ਇਹਨਾਂ ਦੇ ਮੁਲਾਜ਼ਮਾਂ ਦਾ ਅਦਾਲਤਾਂ ਦੇ ਵਿੱਚ। 42 ਕੇਸਾਂ ਦਾ ਬਕਾਇਦਾ ਤੌਰ ਤੇ ਰਾਖਵਾ ਰੱਖਿਆ ਸੀ ਉਹਨੇ ਆਪਣੇ ਜੱਜ ਨੇ, ਤੇ ਲੇਕਿਨ ਉਹ ਮੁਲਾਜ਼ਮਾਂ ਦੇ ਹੱਕ ਚ ਹੋਣਾ ਹੀ ਹੋਣਾ। ਜੇ ਫੈਸਲਾ ਦੇ ਹੱਥ ਤੋਂ ਹੁੰਦਾ ਤੇ ਘੱਟੋ ਘੱਟ 150 ਕਰੋੜ ਰੁਪਈਆ ਜਿਹੜੇ ਇਮੀਡੀਏਟਲੀ ਜਿਹਦਾ ਦਿੱਲੀ ਕਮੇਟੀ ਕਿੱਥੋਂ ਲੈ ਕੇ ਆਉਣਾ? ਇਹ ਸੰਸਥਾਵਾਂ ਬੰਦ ਕਰੋਗੇ ਆਪਣੀ, ਤੁਸੀਂ ਕੀ ਕਰੋਗੇ ਤੁਸੀਂ? ਲੇਕਿਨ ਦਿੱਲੀ ਕੋਰਟ ਕਹੇਗੀ ਵੀ ਇਹਨਾਂ ਦੀ ਜ਼ਮੀਨ ਜਾਇਦਾਦ ਪੁਰਖ ਕਰਕੇ ਤੇ ਇਹਨਾਂ ਨੂੰ ਪੈਸੇ ਦਿੱਤੇ ਜਾਣ, ਕਿੱਥੋਂ ਦੇਣਗੇ ਤੁਸੀਂ ਦੱਸੋ? ਤੁਸੀਂ ਇਸ ਕਰਕੇ ਖਾਣ ਵਾਲੇ ਜ਼ਿਆਦੇ ਨੇ, ਆਮਦਨ ਘਟ ਗਈ ਆ। ਬੱਚੇ ਸਾਡੇ ਕਾਲਜਾਂ ਜਾ ਨਹੀਂ ਰਹੇ, ਉਹ +2 ਕਰਦੇ ਤੇ ਉਡਾਰੀਆਂ ਫੌਰਨ ਦੀਆਂ ਮਾਰ ਰਹੇ ਨੇ। ਕੋਈ ਕੈਨੇਡਾ ਜਾ ਰਿਹਾ, ਕੋਈ ਆਸਟ੍ਰੇਲੀਆ ਜਾ ਰਿਹਾ, ਕੋਈ ਯੂਕੇ ਜਾ, ਕੋਈ ਅਮਰੀਕਾ ਜਾ ਰਿਹਾ, ਜਿੱਥੇ ਵੀ ਕਿਸੇ ਦੀ ਪਹੁੰਚ। 27,000 ਕਰੋੜ ਰੁਪਇਆ ਸਾਡਾ ਪੰਜਾਬ ਦਾ ਜਾ ਚੁੱਕਾ। ਜੇ 27,000 ਕਰੋੜ ਰੁਪਇਆ ਇੱਥੇ ਇਨਵੈਸਟ ਅਸੀਂ ਕਰਦੇ ਸਾਂਝੇ ਰੂਪ ਦੇ ਵਿੱਚ, ਕਿੰਨੀਆਂ ਇੰਡਸਟਰੀ, ਕਿੰਨਾ ਕੁਛ ਲਾ ਸਕਦੇ ਅਸੀਂ? ਬਿਲਕੁਲ ਨਹੀਂ। ਇਸ ਕਰਕੇ ਭਾਜੀ ਉਹ ਸੰਸਥਾ ਦਾ ਕਸੂਰ ਨਹੀਂ, ਪ੍ਰਬੰਧਕਾਂ ਦਾ ਕਸੂਰ ਹੈ। ਪ੍ਰਬੰਧਕਾਂ ਦੀਆਂ ਨਲਾਇਕੀਆਂ ਕਰਕੇ ਉਹ ਸੰਸਥਾਵਾਂ ਜਿਹੜੀਆਂ ਉਹ ਘੱਟ ਜਾ ਜੀ। ਜੀ ਪੱਟੀ ਸਾਹਿਬ, ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਥੈਂਕ ਯੂ। ਸਰੋਤਿਓ, ਇਹ ਸਨ ਸੀਨੀਅਰ ਜਰਨਲਿਸਟ ਸਰਦਾਰ ਜਸਬੀਰ ਸਿੰਘ ਜੀ ਪੱਟੀ, ਤੇ ਪੱਟੀ ਸਾਹਿਬ ਦਾ ਧੰਨਵਾਦ ਹੋ ਗਿਆ। ਪ੍ਰੋਗਰਾਮ ਸ਼ਮਾਦਾਨ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਰੂਬਰੂ ਕਰਾਂਗੇ ਸੀਨੀਅਰ ਜਰਨਲਿਸਟ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਰੇਡੀਓ ਪੰਜਾਬ ਟੂਡੇ ਦੇ CEO ਸੀਨੀਅਰ ਜਰਨਲਿਸਟ ਸਵਰਨ ਸਿੰਘ ਜੀ ਦਾਨੇਵਾਲੀਆ, ਉਹਨਾਂ ਦੀ ਸਿਹਤ ਨਾਸਾਜ਼ ਹੈ ਤੇ ਅਜੇ ਜ਼ੇਰੇ ਇਲਾਜ ਨੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਪਰਮਾਤਮਾ ਕੋਲ ਕਿ ਉਹਨਾਂ ਨੂੰ ਸਿਹਤਯਾਬੀ ਬਖਸ਼ਣ ਤੇ ਫਿਰ ਤੋਂ ਪ੍ਰੋਗਰਾਮ ਸ਼ਮਾਦਾਨ ਲੈ ਕੇ ਉਹ ਤੁਹਾਡੇ ਰੂਬਰੂ ਹੋਣ, ਤੁਹਾਡੇ ਦਰਸ਼ਨ ਕਰਨ। ਤੇ ਲੈਨੇ ਇੱਕ ਛੋਟਾ ਜਿਹਾ ਬ੍ਰੇਕ।